ਅੱਜ ਜੋ ਘਟਨਾਕ੍ਰਮ ਹੋਇਆ ਉਸ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਕੇਵਲ ਸਿੰਘ ਢਿੱਲੋਂ ਤੋਂ ਲੈ ਕੇ ਰਾਜਕੁਮਾਰ ਵੇਰਕਾ ਜੋ 2-4 ਦਿਨ ਪਹਿਲਾਂ ਕਹਿੰਦੇ ਸੀ ਕਿ ਮੈਂ ਬਿਲਕੁਲ ਭਾਜਪਾ 'ਚ ਨਹੀਂ ਜਾ ਰਿਹਾ, ਉਹਨਾਂ ਨੇ ਵੀ ਪਹਿਲਾਂ ਆਪਣਾ ਲੋਗੋ ਹਟਾਇਆ ਤੇ ਕਹਿੰਦੇ ਨੇ ਉਹ ਵੀ ਸ਼ਾਮਲ ਹੋ ਰਹੇ ਨੇ, ਭਾਜਪਾ ਵਾਲਾ ਕਮਲ ਦਾ ਫੁੱਲ ਫੜ ਲੈਣਗੇ। ਸੁਨੀਲ ਜਾਖੜ, ਮਨਜਿੰਦਰ ਸਿੰਘ ਸਿਰਸਾ, ਇਕਬਾਲ ਸਿੰਘ ਲਾਲਪੁਰਾ ਤੇ 3-4 ਜਿਹੜੇ ਮੂਹਰਲੀ ਕਤਾਰ ਦੇ ਭਾਜਪਾ ਦੇ ਆਗੂ ਨੇ, ਉਹਨਾਂ ਨੇ ਆਪਣੀ ਪਕੜ ਜਿਹੜੀ ਹੈ ਇਸ ਤਰੀਕੇ ਨਾਲ ਮਜ਼ਬੂਤ ਕਰਨ ਦਾ ਫੈਸਲਾ ਲਿਆ ਕਿ ਅਸੀਂ ਹੁਣ ਸ਼ਾਮਲ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਤੇ ਫਿਰ ਅਸੀਂ ਸਾਬਤ ਕਰਨਾ ਕਿ ਅਸੀਂ ਕੀ ਹਾਂ। ਕੁਝ ਕੇਂਦਰੀ ਏਜੰਸੀਆਂ ਦੇ ਡਰ ਨਾਲ ਵੀ ਇਹ ਜਿਹੜੇ ਨੇ ਇਸ ਤਰ੍ਹਾਂ ਦੇ ਸਾਡੇ ਜਿਹੜੇ ਨੇ ਪੁਰਾਣੇ ਮੰਤਰੀ ਤੇ ਕੁਝ MLA ਸਾਹਿਬਾਨ ਸਾਬਕਾ ਉਹ ਸ਼ਾਮਲ ਹੋ ਰਹੇ ਨੇ। ਰਾਘਵ ਚੱਡਾ ਆਮ ਆਦਮੀ ਪਾਰਟੀ ਦੇ ਉਹ ਕਹਿੰਦੇ ਨੇ ਕਿ ਕਾਂਗਰਸ ਦਾ ਕੂੜਾ ਜਿਹੜਾ ਹੈ ਉਹ ਭਾਜਪਾ ਲੈ ਕੇ ਰੱਖ ਲੇ ਤੇ ਇਸ ਕੂੜੇ ਨਾਲ ਬਣਨ ਵਾਲਾ ਕੁਝ ਨਹੀਂ ਹੈ। ਅਕਾਲੀ ਦਲ ਜਿਨ੍ਹਾਂ ਨੂੰ ਆਪਣੇ ਤੌਰ ਤੇ ਇਹ ਲੱਗ ਰਿਹਾ ਹੈ ਇਸ ਵੇਲੇ, ਜੇ ਉਹਨਾਂ ਨੇ ਆਪਣੀ ਸਟੱਡੀ ਆਪਣਾ ਅਧਿਐਨ ਪੂਰਾ ਕੀਤਾ ਹੋਵੇਗਾ ਕਿ ਸੰਗਰੂਰ ਦੇ ਵਿੱਚ ਉਹਨਾਂ ਕੋਲ ਚਾਂਸ ਨਹੀਂ ਹੈ ਚੋਣ ਜਿੱਤਣ ਦਾ ਕਿਸੇ ਪਾਸਿਓਂ। ਇੱਕ ਪੱਤਰਕਾਰ ਨੂੰ ਸੁਖਬੀਰ ਸਿੰਘ ਬਾਦਲ ਕਹਿ ਰਹੇ ਸੀ ਕਿ ਮੈਂ ਸਿਮਰਨਜੀਤ ਸਿੰਘ ਮਾਨ ਨੂੰ ਕਦੇ ਮਿਲਿਆ ਹੀ ਨਹੀਂ, ਮੈਂ ਚਾਹੁੰਦਾ ਕਿ ਉਹਨਾਂ ਨੂੰ ਮਿਲਾਂ ਪਰ ਮੈਂ ਕਦੇ ਮਿਲਿਆ ਹੀ ਨਹੀਂ। ਪਰ ਹੁਣ ਰੋਜ਼ ਮੁਲਾਕਾਤਾਂ ਹੋ ਰਹੀਆਂ ਨੇ। ਦੋਵੇਂ ਧਿਰਾਂ ਜਿਹੜੀਆਂ ਨੇ ਸਿਆਸੀ ਤੌਰ ਤੇ ਬਿਲਕੁਲ ਹਾਸ਼ੀਏ ਤੇ ਪੁੱਜੀਆਂ ਹੋਈਆਂ ਨੇ। ਇੰਪਰੂਵਮੈਂਟ ਸ਼ੋਅ ਕੀਤੀ ਹੈ ਥੋੜ੍ਹੀ ਜਿਹੀ ਪਿਛਲੀਆਂ ਚੋਣਾਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ, ਤੇ ਗਿਰਾਵਟ ਸ਼ੋਅ ਜਿਹੜੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ। ਤਾਂ ਬਲਕੌਰ ਸਿੰਘ ਦੇ ਉਹਨਾਂ ਦੇ ਮੈਂ ਅਜੇ ਤੱਕ ਮੈਂ ਜੋ ਉਹਨਾਂ ਦੇ ਹਾਵ ਭਾਵ ਦੇਖੇ ਨੇ, ਜੋ ਉਹਨਾਂ ਦੀ ਗੱਲਬਾਤ ਸੁਣੀ ਹੈ, ਉਹਨਾਂ ਨੇ ਅੱਜ ਇਹ ਕਹਿ ਦਿੱਤਾ ਹੈ ਕਿ ਅਜੇ ਮੇਰੇ ਪੁੱਤਰ ਦਾ ਸਿਵਾ ਠੰਡਾ ਨਹੀਂ ਹੋਇਆ, ਇਹੋ ਜਿਹੀ ਗੱਲਬਾਤ ਨਾ ਕੀਤੀ ਜਾਵੇ। ਮੈਂ ਭੋਗ ਤੋਂ ਬਾਅਦ ਹੀ ਕੋਈ ਗੱਲ ਕਰਾਂਗਾ ਤੁਹਾਡੇ ਨਾਲ। ਪੰਜਾਬ ਦੇ ਵਿੱਚ 45 ਗੈਂਗਸਟਰ ਜਿਹੜੇ ਨੇ ਮੋਟੇ-ਮੋਟੇ ਉਹ ਸਰਗਰਮ ਨੇ। ਇਹ ਗਾਂ ਫਿਰ ਹਿਟਮੈਨ ਰੱਖ ਕੇ ਤੇ ਰਿਕੀਆਂ ਕਰਵਾ ਕੇ ਤੇ ਇਸ ਤਰ੍ਹਾਂ ਪੈਸੇ ਦੇ ਕੇ ਜਿਹੜਾ ਹੈ ਕੰਟਰੈਕਟ ਕਿਲਿੰਗ ਕਰਵਾਉਂਦੇ ਨੇ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਜੀ ਆਇਆਂ। ਜਦੋਂ ਇਨਸਾਨ ਰੇਤ ਦੇ ਨਾਲ ਮੁੱਠੀ ਭਰਦਾ ਹੈ ਤੇ ਉਹਨੂੰ ਲੱਗਦਾ ਹੈ ਕਿ ਮੇਰੀ ਮੁੱਠੀ ਬਹੁਤ ਭਰੀ ਹੋਈ ਹੈ, ਫਿਰ ਪਤਾ ਨਹੀਂ ਉਹ ਰੇਤ ਕਦੋਂ ਘਿਰ ਜਾਂਦੀ ਹੈ ਤੇ ਮੁੱਠੀ ਖਾਲੀ ਹੋ ਜਾਂਦੀ ਹੈ। ਕੁਝ ਇਸੇ ਤਰ੍ਹਾਂ ਦੀ ਕਹਾਣੀ ਹੈ ਜੀ ਸਿਆਸਤ ਦੀ। ਇਸ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਸਿਆਸਤ ਦੀਆਂ ਖਰੀਆਂ, ਸੱਚੀਆਂ, ਤੱਤੀਆਂ, ਠੰਡੀਆਂ, ਕੁਝ ਸਹੀ ਤੇ ਕੁਝ ਗਲਤ ਗੱਲਾਂ ਤੇ ਵਿਚਾਰ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਸਹੀ ਤੇ ਗਲਤ ਦੇ ਵਿੱਚ ਤਵਾਜ਼ਨ ਜਿਹੜਾ ਆ ਉਹ ਬਰਕਰਾਰ ਰੱਖ ਸਕੀਏ। ਅੱਜ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਐਜ਼ ਐਨ ਐਕਸਪਰਟ ਕੁਲਦੀਪ ਸਿੰਘ ਹੀਰ ਜੀ, ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਅੱਜ ਦੀ ਸਭ ਤੋਂ ਵੱਡੀ ਖਬਰ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। 2017 77 ਸੀਟਾਂ ਕਾਂਗਰਸ ਦੀਆਂ, ਫਿਰ 2022 ਦੀਆਂ ਚੋਣਾਂ ਆਉਂਦੀਆਂ, 18 ਤੇ ਸਿਮਟ ਜਾਂਦੇ ਨੇ ਤੇ ਅੱਜ ਝੋਲਾ ਚੁੱਕਿਆ ਬਹੁਤ ਸਾਰੇ ਕਾਂਗਰਸੀਆਂ ਨੇ ਤੇ ਭਾਜਪਾ ਦੇ ਪਾਲੇ 'ਚ ਬਹਿ ਗਏ ਨੇ। ਕਾਂਗਰਸ ਨੂੰ ਕੀ ਹੋ ਗਿਆ ਜੀ? ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਪੰਜਾਬ ਕਾਂਗਰਸ ਦੇ ਜਿਹੜੇ ਮੂਹਰਲੀ ਕਤਾਰ ਦੇ 3-4 ਆਗੂ ਨੇ, ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਨੇ, ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਤ੍ਰਿਪਤ ਬਾਜਵਾ, ਸੁਖਜਿੰਦਰ ਰੰਧਾਵਾ, ਇਹਨਾਂ ਸਾਰਿਆਂ ਤੋਂ ਇਕੱਲੇ-ਇਕੱਲੇ ਇੱਕ ਸਵਾਲ ਪੁੱਛਿਆ ਜਾਵੇ ਕਿ ਹੁਣ ਤੱਕ ਪਿਛਲੇ 6 ਮਹੀਨਿਆਂ ਦੇ ਵਿੱਚ ਕਿੰਨੇ ਕਾਂਗਰਸੀ ਭਾਜਪਾ ਵਿੱਚ ਚਲੇ ਗਏ ਨੇ ਜਾਂ ਹੋਰ ਕਿਸੇ ਪਾਰਟੀ ਵਿੱਚ ਚਲੇ ਗਏ ਨੇ? ਤੁਸੀਂ ਗਿਣਤੀ ਦੱਸ ਸਕਦੇ ਹੋ? ਉਹਨਾਂ ਕੋਲੋਂ ਪੂਰੀ ਗਿਣਤੀ ਨਹੀਂ ਹੋਵੇਗੀ, ਇੰਨੇ ਛੱਡ ਕੇ ਗਏ ਨੇ। ਕੁਝ ਚੋਣਾਂ ਤੋਂ ਪਹਿਲਾਂ ਤੇ ਕੁਝ ਚੋਣਾਂ ਤੋਂ ਬਾਅਦ। ਤੇ ਕਾਂਗਰਸ ਵਾਲੇ ਵੀ ਇਸ ਨੂੰ ਬੜਾ ਈਵੈਂਟ ਬਣਾ ਕੇ ਪੇਸ਼ ਕਰਦੇ ਸੀ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਪੇਸ਼ੀ ਹੋਈ ਸੀ ਹਾਈਕਮਾਨ ਦੇ ਅੱਗੇ, ਤੇ ਦਿੱਲੀ ਜਾਣ ਤੋਂ ਪਹਿਲਾਂ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ, ਜਗਦੇਵ ਸਿੰਘ ਕਮਾਲੂ ਤੇ ਇੱਕ ਦੇ ਹੋਰ ਆਪ ਦੇ ਵਿਧਾਇਕ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾ ਕੇ ਆਪਣੇ ਤਕੜੇ ਹੋਣ ਦਾ, ਮਜ਼ਬੂਤ ਹੋਣ ਦਾ ਸਬੂਤ ਦਿੱਤਾ ਸੀ। ਉਹ ਸਬੂਤ ਸੁਣਿਆ ਕਿਸੇ ਨੇ ਨਹੀਂ, ਤੇ ਜਿਹੜੇ ਉਹ ਸ਼ਾਮਲ ਹੋਏ ਸੀ ਉਹਨਾਂ ਦੀ ਵੀ ਕੋਈ ਬਹੁਤੀ ਪੁੱਛ ਪੜਤਾਲ ਨਾ ਰਹੀ। ਹਾਲਾਂਕਿ ਸੁਖਪਾਲ ਸਿੰਘ ਖਹਿਰਾ ਚੋਣ ਜਿੱਤ ਗਏ ਸਨ ਤੇ ਦੂਸਰਿਆਂ ਨੂੰ ਤੇ ਕਾਂਗਰਸ ਭਵਨ ਦੇ ਵਿੱਚ ਕੁਰਸੀ ਵੀ ਨਹੀਂ ਸੀ ਮਿਲਦੀ। ਅੱਜ ਸਥਿਤੀ ਇਹ ਬਣ ਗਈ ਹੈ ਕਾਂਗਰਸ ਦੀ ਕਿ ਕਾਂਗਰਸ ਦੇ ਸਾਬਕਾ ਮੰਤਰੀ, ਜਿਨ੍ਹਾਂ ਨੇ ਸਾਲਾਂ ਬੱਧੀ ਕਾਂਗਰਸ ਤੋਂ ਵੱਡੇ ਅਹੁਦਿਆਂ ਦਾ ਆਨੰਦ ਮਾਣਿਆ ਤੇ ਕਾਂਗਰਸ ਨੂੰ ਰਿਪਰੈਜ਼ੈਂਟ ਕੀਤਾ, ਕਾਂਗਰਸ ਦੀ ਗੱਲ ਕਰਦੇ ਰਹੇ, ਭਾਜਪਾ ਨੂੰ, ਹੋਰਨਾਂ ਪਾਰਟੀਆਂ ਨੂੰ ਰੱਜ ਕੇ ਭੰਡਦੇ ਰਹੇ ਤੇ ਇਹਨਾਂ ਦੀਆਂ ਨੀਤੀਆਂ ਤੇ ਚੱਲਦੇ ਹੋਏ ਕਾਂਗਰਸ ਦੇ ਤੇ ਨਾਮ ਬਣਾਇਆ, ਤਰੱਕੀਆਂ ਕੀਤੀਆਂ, ਮੰਤਰੀ ਮੰਡਲ ਦੇ ਅਹੁਦਿਆਂ ਤੇ ਰਹਿ ਕੇ ਵੱਡੇ ਨਾਮਣੇ ਖੱਟੇ।
ਹੁਣ ਤੇ ਗਿਣਤੀ ਥੋੜ੍ਹੀ ਰਹਿ ਗਈ। ਜੇ ਮੋਟੇ-ਮੋਟੇ ਗਿਣਨੇ ਹੋਣ, ਰਾਣਾ ਗੁਰਮੀਤ ਸੋਢੀ, ਫਤਿਹ ਜੰਗ ਬਾਜਵਾ, ਸੁਨੀਲ ਜਾਖੜ ਤੇ ਜਿਹੜੇ ਅੱਜ ਜੋ ਘਟਨਾਕ੍ਰਮ ਹੋਇਆ ਉਸ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਕੇਵਲ ਸਿੰਘ ਢਿੱਲੋਂ ਤੋਂ ਲੈ ਕੇ ਰਾਜਕੁਮਾਰ ਵੇਰਕਾ ਜੋ 2-4 ਦਿਨ ਪਹਿਲਾਂ ਕਹਿੰਦੇ ਸੀ ਕਿ ਮੈਂ ਬਿਲਕੁਲ ਭਾਜਪਾ 'ਚ ਨਹੀਂ ਜਾ ਰਿਹਾ, ਉਹਨਾਂ ਨੇ ਵੀ ਪਹਿਲਾਂ ਆਪਣਾ ਲੋਗੋ ਹਟਾਇਆ ਤੇ ਕਹਿੰਦੇ ਨੇ ਉਹ ਵੀ ਸ਼ਾਮਲ ਹੋ ਰਹੇ ਨੇ ਪ੍ਰੋਗਰਾਮ ਰਿਕਾਰਡ ਹੋਣ ਤੱਕ ਉਹ ਭਾਜਪਾ ਵਾਲਾ ਕਮਲ ਦਾ ਫੁੱਲ ਫੜ ਲੈਣਗੇ। ਹੋਰ ਵੱਡੇ ਨਾਮ ਗਏ ਨੇ ਜਿਨ੍ਹਾਂ ਵਿੱਚ ਸੁੰਦਰ ਸ਼ਾਮ ਅਰੋੜਾ ਜਿਹੜੇ ਨੇ ਹੁਸ਼ਿਆਰਪੁਰ ਤੋਂ ਮੰਤਰੀ ਰਹੇ ਨੇ। ਔਰ ਪਰ ਗੱਲ ਇੱਕ ਹੈ ਕਿ ਜਿਹੜੇ ਉਹਨਾਂ ਦੇ ਨਾਲ ਵੀ ਗਏ ਨੇ ਗੁਰਪ੍ਰੀਤ ਸਿੰਘ ਕਾਂਗੜ ਤੇ ਸੁੰਦਰ ਸ਼ਾਮ ਅਰੋੜਾ, ਦੋਨੇ ਉਹ ਮੰਤਰੀ ਸਨ ਜੋ ਕੈਪਟਨ ਸਰਕਾਰ ਵਿੱਚ ਮੰਤਰੀ ਸੀ ਤੇ ਚਰਨਜੀਤ ਸਿੰਘ ਚੰਨੀ ਸਰਕਾਰ ਵਿੱਚ ਮੰਤਰੀ ਨਹੀਂ ਸਨ। ਰੌਲਾ ਰੱਪਾ ਤੇ ਉਹਨਾਂ ਨੇ ਉਦੋਂ ਵੀ ਬਹੁਤ ਪਾਇਆ ਸੀ, ਪਰ ਹੋਰ ਵੀ ਕਈ ਇਸ ਤਰ੍ਹਾਂ ਪਾਰਟੀ ਛੱਡ ਕੇ ਜਾ ਰਹੇ ਨੇ। ਇਕੱਲੇ ਕਾਂਗਰਸੀਆਂ ਨੂੰ ਸੇਕ ਨਹੀਂ ਲੱਗਾ, ਅਕਾਲੀਆਂ ਨੂੰ ਵੀ ਥੋੜ੍ਹਾ ਜਿਹਾ ਸੇਕ ਲੱਗਾ। ਉਹਨਾਂ ਵਿੱਚੋਂ ਸਰੂਪ ਚੰਦ ਸਿੰਗਲਾ ਜਿਹੜੇ ਨੇ ਉਹ ਅਕਾਲੀ ਦਲ ਛੱਡ ਕੇ ਉਹ ਭਾਜਪਾ ਵਿੱਚ ਸ਼ਾਮਲ ਹੋ ਰਹੇ ਨੇ ਤੇ ਬੀਬੀ ਮਹਿੰਦਰ ਕੌਰ ਜੋਸ਼ ਜੋ ਇਸ ਵੇਲੇ ਅਕਾਲੀ ਦਲ ਨੇ ਕੱਢੇ ਹੋਏ ਨੇ ਅਕਾਲੀ ਦਲ ਦੇ ਵਿੱਚੋਂ, ਤੇ ਉਹਨਾਂ ਦੇ ਬੇਟੇ ਨੇ ਸ਼ਾਮ 84 ਹਲਕੇ ਤੋਂ ਆਜ਼ਾਦ ਜਾਂ ਇੱਕ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਸੀ ਜੋ ਕਿ ਰਾਸ ਨਹੀਂ ਆਇਆ, ਉਹ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ। ਸੋ ਉਹਨਾਂ ਨੇ ਟੀਮ ਵੱਡੀ ਕਰ ਲਈ ਹੈ ਭਾਜਪਾ ਨੇ। ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸੁਨੀਲ ਜਾਖੜ, ਮਨਜਿੰਦਰ ਸਿੰਘ ਸਿਰਸਾ, ਇਕਬਾਲ ਸਿੰਘ ਲਾਲਪੁਰਾ ਤੇ 3-4 ਜਿਹੜੇ ਮੋਹਰਲੀ ਕਤਾਰ ਦੇ ਭਾਜਪਾ ਦੇ ਆਗੂ ਨੇ, ਉਹਨਾਂ ਨੇ ਆਪਣੀ ਪਕੜ ਜਿਹੜੀ ਹੈ ਇਸ ਤਰੀਕੇ ਨਾਲ ਮਜ਼ਬੂਤ ਕਰਨ ਦਾ ਫੈਸਲਾ ਲਿਆ ਕਿ ਅਸੀਂ ਹੁਣ ਸ਼ਾਮਲ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਤੇ ਫਿਰ ਅਸੀਂ ਸਾਬਤ ਕਰਨਾ ਕਿ ਅਸੀਂ ਕੀ ਹਾਂ। ਪਰ ਗੱਲ ਇੱਕ ਹੈ ਕਿ ਜਿਨ੍ਹਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ, ਜਿਵੇਂ ਅਸੀਂ ਇੱਕ ਖੇਡ ਦੇ ਹਿਸਾਬ ਨਾਲ ਲਈਏ ਕਿ ਖੇਡ ਖੇਡਣੀ ਹੈ, ਹੁਣ ਜਿਹੜੀ ਟੀਮ ਨੇ IPL ਜਿੱਤੀ ਹੈ ਉਸ ਦੇ ਵਿੱਚੋਂ ਬਹੁਤ ਸਾਰੇ ਕਾਬਲ ਹੋਣਗੇ ਜਾਂ ਦੂਸਰੀਆਂ ਟੀਮਾਂ ਦੇ ਉਹ ਕਾਬਲ ਪਲੇਅਰ ਜੋ ਆਪਣੇ ਟੀਮਾਂ ਦੇ ਬਾਕੀ ਮੈਂਬਰਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਕੇ ਆਪਣੇ ਬਲਬੂਤੇ 'ਤੇ ਕੋਈ ਸਥਾਨ ਬਣਾ ਲੈਣ ਤੇ ਫਿਰ ਉਹਨਾਂ ਨੂੰ ਕੋਈ ਸ਼ਾਮਲ ਕਰ ਲਵੇ ਤੇ ਫਿਰ ਉਹਦੀ ਗੱਲ ਤੇ ਮੰਨੀ ਜਾਂਦੀ ਹੈ। ਪਰ ਇਹ ਤੇ ਸਾਰੇ ਹਾਰੇ ਹੋਏ ਖਿਡਾਰੀ ਨੇ, ਇਹਨਾਂ ਨੂੰ ਸ਼ਾਮਲ ਕਰਕੇ ਭਾਜਪਾ ਨੇ ਕੀ ਲੈਣਾ? ਪਰ ਭਾਜਪਾ ਹਵਾ ਬਣਾਉਣੀ ਚਾਹੁੰਦੀ ਹੈ। ਇਹ ਵੀ ਸੁਣਨ ਵਿੱਚ ਆਇਆ ਕਿ ਕੁਝ ਕੇਂਦਰੀ ਏਜੰਸੀਆਂ ਦੇ ਡਰ ਨਾਲ ਵੀ ਇਹ ਜਿਹੜੇ ਨੇ ਇਸ ਤਰ੍ਹਾਂ ਦੇ ਸਾਡੇ ਜਿਹੜੇ ਨੇ ਪੁਰਾਣੇ ਮੰਤਰੀ ਤੇ ਕੁਝ MLA ਸਾਹਿਬਾਨ ਸਾਬਕਾ ਉਹ ਸ਼ਾਮਲ ਹੋ ਰਹੇ ਨੇ। ਭਾਜਪਾ ਤਰਲੋ ਮੱਛੀ ਹੋ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਜਿਵੇਂ ਭਾਰਤ ਦੇ ਬਾਕੀ ਸੂਬਿਆਂ ਦੇ ਵਿੱਚ ਉਹਨਾਂ ਦੀ ਪੈਂਠ ਬਣੀ ਹੋਈ ਹੈ, ਭਾਵੇਂ ਅਸੀਂ ਸਵਲੀਨ ਮੰਨ ਲਈਏ ਕਿ ਬੰਗਾਲ ਦੇ ਵਿੱਚ ਬੀਬੀ ਮਮਤਾ ਬੈਨਰਜੀ ਨੇ ਸਰਕਾਰ ਬਣਾ ਲਈ ਸੀ, ਪਰ ਇਹ ਗੱਲ ਭੁੱਲਣੀ ਨਹੀਂ ਸਾਨੂੰ ਚਾਹੀਦੀ ਕਿ ਬਹੁਤ ਵੱਡੀ ਮਜ਼ਬੂਤ ਓਪੋਜੀਸ਼ਨ ਵਜੋਂ ਭਾਜਪਾ ਉੱਥੇ ਕਾਇਮ ਹੋ ਚੁੱਕੀ ਹੈ, ਜਿਸ ਦਾ ਆਧਾਰ ਕਦੇ ਬਿਲਕੁਲ ਸਿਫਰ ਦੇ ਬਰਾਬਰ ਸੀ। ਹਾਰਦਿਕ ਪਟੇਲ ਅਜੇ ਕੱਲ੍ਹ ਗਏ ਨੇ ਭਾਜਪਾ ਦੇ ਵਿੱਚ, ਕਾਂਗਰਸ ਦੇ ਇੰਨੇ ਵੱਡੇ ਧੁਰੰਧਰ ਮੰਨੇ ਗਏ ਤੇ ਕਾਂਗਰਸ ਨੂੰ ਬੜੀਆਂ ਉਮੀਦਾਂ ਸੀ ਗੁਜਰਾਤ ਦੇ ਵਿੱਚ, ਔਰ ਇਹ ਇੰਨੀ ਵੱਡੀ ਸੱਟ ਵੱਜੀ ਕਾਂਗਰਸ ਨੂੰ ਪੰਜਾਬ ਦੇ ਵਿੱਚ ਵੀ। ਹੁਣ ਮੇਰਾ ਖਿਆਲ ਹੈ ਕਿ ਕਾਂਗਰਸ ਨੂੰ ਬਿਲਕੁਲ ਵਾਈਪ ਆਊਟ ਕਰਨ ਦੇ ਮੂਡ ਦੇ ਵਿੱਚ ਭਾਜਪਾ ਇਸ ਵੇਲੇ ਲੱਗੀ ਹੋਈ ਹੈ ਤੇ ਪੰਜਾਬ ਇਸ ਵੇਲੇ ਉਹਨਾਂ ਦੇ ਪ੍ਰਮੁੱਖ ਤੌਰ ਤੇ ਨਿਸ਼ਾਨੇ ਤੇ ਹੈ। ਪੰਜਾਬ ਨੂੰ ਉਹ ਕਿਵੇਂ ਜਿਹੜਾ ਉਹ ਲੈ ਰਹੇ ਨੇ ਇਸੇ ਤਰੀਕੇ ਨਾਲ ਕਿ ਹਵਾ ਬਣਾ ਦਿਓ, ਹਵਾ ਬਣਾਓ ਕਿ ਭਾਜਪਾ ਵਿੱਚ। ਪਰ ਦੇਖੋ ਚੋਣਾਂ ਤੋਂ ਪਹਿਲਾਂ ਵੀ ਹਵਾ ਬਣਾਈ ਗਈ ਸੀ, ਪਰ ਭਾਜਪਾ ਨੂੰ ਪਤਾ ਸੀ ਕਿ ਸਾਡਾ ਚੋਣਾਂ ਵਿੱਚ ਇਸ ਵਾਰੀ ਬਹੁਤੀ ਦਾਲ ਗਲਣੀ ਨਹੀਂ। ਹਾਲਾਂਕਿ ਜਿਵੇਂ ਕਹਿਣਾ ਹੀ ਹੁੰਦਾ ਕਿ ਸਾਡੀ ਸਰਕਾਰ ਬਣੇਗੀ, ਸਾਡੀ ਬਣੇਗੀ, ਇਹ ਗੱਲਾਂ ਹੀ ਰਹਿ ਗਈਆਂ ਸੀ ਤੇ 2 ਸੀਟਾਂ ਮਿਲੀਆਂ ਸੀ ਪਰ ਹੋਰ ਸੀਟ ਤੇ ਕੋਈ ਨਹੀਂ ਮਿਲੀ। ਪਰ ਦਰਸ਼ਕਾਂ ਦੇ ਮਨ ਦਾ ਇੱਕ ਸਵਾਲ ਵੀ ਹੋਣਾ ਆ ਕਿ ਜਿੱਦਾਂ ਹੁਣ ਭਾਜਪਾ ਸਭ ਨੂੰ ਆਪਣੇ ਵੱਲ ਕਰੀ ਜਾਂਦੀ, ਅਸੀਂ ਇਲੈਕਸ਼ਨ ਤੋਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਚਿਹਰਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ। ਜੇ 2022 ਤੋਂ ਬਾਅਦ 2027 ਦੀ ਗੱਲ ਕਰੀਏ ਤੇ ਸਮੀਕਰਨ ਬਦਲ ਸਕਦੇ ਨੇ ਪੰਜਾਬ ਦੇ ਵਿੱਚ ਭਾਜਪਾ ਨੂੰ ਲੈ ਕੇ? ਭਾਜਪਾ ਮੈਂ ਜਿਵੇਂ ਕਹਿੰਦਾ ਕਿ ਸਿਰਫ ਹਵਾ ਬਣਾਉਣੀ ਚਾਹੁੰਦੀ ਹੋਈ, ਇਹਨਾਂ ਚਿਹਰਿਆਂ ਨੂੰ ਲੈ ਕੇ ਸਮੀਕਰਨ ਬਦਲਣ ਵਾਲਾ ਉਹਨਾਂ ਨੂੰ ਵੀ ਪਤਾ ਹੈ। ਦੇਖੋ ਭਾਜਪਾ ਦਾ ਥਿੰਕ ਟੈਂਕ ਕੀ ਹੈ, ਉਹ RSS ਤੇ ਹਿੰਦੂਤਵਾ ਏਜੰਡਾ ਹੈ, ਇਸ ਗੱਲ ਵੀ ਕੋਈ ਸ਼ੱਕ ਨਹੀਂ ਹੈ। ਤੇ ਇਹ ਲੋਕ ਉਸ ਵਿੱਚ ਕਿਵੇਂ ਫਿੱਟ ਹੋਣਗੇ ਤੇ ਕਿਵੇਂ ਭਾਜਪਾ ਦੇ ਏਜੰਡੇ ਨੂੰ ਅੱਗੇ ਵਧਾਉਣਗੇ? ਭਾਜਪਾ ਇੱਕ ਡਿਸਿਪਲਿਨਡ ਪਾਰਟੀ ਜਿਹੜੀ ਮੰਨੀ ਗਈ ਹੈ, ਮਾਧਵਰਾਓ ਸਿੰਧੀਆ ਵਾਲੀ, ਤੇ ਜੋ ਮਾਧਵਰਾਓ ਸਿੰਧੀਆ ਦਾ ਬੇਟਾ ਜੋਤੀਰਾਦਿੱਤਿਆ, ਉਹਨਾਂ ਵਾਲੀ ਗੱਲ ਤਾਂ ਨਹੀਂ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਬਹੁਤ ਵੱਡੇ ਆਗੂ ਸੀ ਤੇ ਉਹਨਾਂ ਨੂੰ ਇੱਕੋ ਦਮ ਸ਼ਾਮਲ ਕਰਵਾ ਕੇ ਤੇ ਕੇਂਦਰ ਦੇ ਵਿੱਚ ਵਜ਼ੀਰ ਬਣਾ ਦਿੱਤਾ। ਇਹਨਾਂ ਵਿੱਚੋਂ ਕਿਸੇ ਨੂੰ ਕੋਈ ਇਸ ਤਰ੍ਹਾਂ ਦਾ ਅਹੁਦਾ ਤੇ ਮਿਲਣ ਵਾਲਾ ਨਹੀਂ। ਰਾਜ ਸਭਾ ਦੀਆਂ 7 ਦੀਆਂ 7 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਪੰਜਾਬ 'ਚੋਂ ਪੈ ਚੁੱਕੀਆਂ ਨੇ ਤੇ ਫਿਰ ਕੀ ਦਿੱਤਾ ਕੀ ਜਾਵੇਗਾ? 5 ਸਾਲ ਵਾਸਤੇ ਸਰਕਾਰ ਬੈਠੀ ਹੋਈ ਹੈ, ਨਵੀਂ ਚੁਣੀ ਗਈ ਹੈ ਤੇ ਲੱਗਦਾ ਹੈ ਕਿ 5 ਸਾਲ ਅਜੇ ਕਿਸੇ ਦੀ ਹੋਰ ਵਾਰੀ ਆਉਣ ਵਾਲੀ ਨਹੀਂ। ਪਰ ਭਾਜਪਾ ਸਿਰਫ ਮੈਂ ਸਮਝਦਾ ਇੱਕ ਮਾਹੌਲ ਬਣਾਉਣਾ ਚਾਹੁੰਦੀ ਹੈ। ਇੱਕ ਦੋ ਗੱਲਾਂ ਹੋਰ ਵੀ ਹੈ ਕਿ ਕਾਂਗਰਸ ਦੀ ਸਥਿਤੀ ਜਿਹੜੀ ਪਤਲੀ ਹੈ ਨਾ, ਉਹਦੇ ਤੇ ਥੋੜ੍ਹੀ ਜਿਹੀ ਵਿਚਾਰ ਕਰਦੇ ਕਿ ਕੀ ਹੋ ਰਿਹਾ। ਕਾਂਗਰਸ ਨੂੰ ਹਰ ਪਾਸਿਓਂ ਚੈਲੰਜ ਜਿਹੜੇ ਨੇ ਉਹ ਸਾਹਮਣਾ ਕਰਨਾ ਪੈ ਰਿਹਾ। ਕਾਂਗਰਸ ਦੀ ਪੰਜਾਬ ਦੇ ਵਿੱਚ ਜੋ ਸਥਿਤੀ ਹੈ
ਉਹਨਾਂ ਨੇ ਹਾਲਾਂਕਿ ਵਿਰੋਧੀ ਧਿਰ ਵਿੱਚ ਇਸ ਪੱਧਰ ਤੇ ਉਹ ਪਹਿਲੀ ਵਾਰੀ ਨਹੀਂ ਗਏ, ਇਹਨਾਂ ਨਾਲੋਂ ਜ਼ਿਆਦਾ ਪਤਲੀ ਸਥਿਤੀ ਅਕਾਲੀ ਦਲ ਦੀ, ਉਹਨਾਂ ਬਾਰੇ ਫੇਰ ਗੱਲ ਕਰਾਂਗੇ। ਪਰ ਕਾਂਗਰਸ ਨੂੰ ਤੇ ਇਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਜੋ ਇੱਕ ਲਾਈਫਲਾਈਨ ਨਜ਼ਰ ਆ ਰਹੀ ਸੀ ਪ੍ਰਸ਼ਾਂਤ ਕਿਸ਼ੋਰ ਦੇ ਰੂਪ ਦੇ ਵਿੱਚ, ਉਹਨਾਂ ਨੇ ਵੀ ਹੱਥ ਜੋੜ ਦਿੱਤੇ, ਉਹ ਵੀ ਇਹਨਾਂ ਤੋਂ ਪਰੇ ਹੋ ਗਏ ਨੇ। ਸੋ ਕਾਂਗਰਸ ਨੂੰ ਆਪਣੀ ਰਣਨੀਤੀ ਤੇ ਵਿਚਾਰ ਕਰਨਾ ਪਏਗਾ। ਪਰ ਜਿਹੜੇ ਉਹਨਾਂ ਦੇ ਆਪਣੇ ਕੁਝ ਬੰਦੇ ਕਹਿ ਰਹੇ ਨੇ, ਰਾਜਾ ਵੜਿੰਗ ਨੇ ਮਜ਼ਾਹੀਆ ਤੌਰ ਤੇ ਗੱਲ ਆਖੀ ਹੈ ਕਿ ਦੇਖੋ ਜੀ ਇਹ ਜੇ ਕੋਈ ਹੋਰ ਵੀ ਕੋਈ ਇਸ ਤਰ੍ਹਾਂ ਦਾ ਹੈ ਤੇ ਉਹ ਵੀ ਜਾ ਸਕਦਾ ਹੈ ਤੇ ਸਾਨੂੰ ਕੋਈ ਫਰਕ ਨਹੀਂ ਪੈਣ ਵਾਲਾ ਇਸ ਦੇ ਨਾਲ। ਵਾਕਈ ਗੱਲ, ਫਰਕ ਨਹੀਂ ਕੁਝ ਵੀ ਪੈਣਾ, ਉਹਦੇ ਕਈ ਹੋਰ ਕਾਰਨ ਨੇ। ਰਾਘਵ ਚੱਡਾ ਆਮ ਆਦਮੀ ਪਾਰਟੀ ਦੇ, ਉਹ ਕਹਿੰਦੇ ਨੇ ਕਿ ਕਾਂਗਰਸ ਦਾ ਕੂੜਾ ਜਿਹੜਾ ਹੈ ਉਹ ਭਾਜਪਾ ਲੈ ਕੇ ਰੱਖ ਲੇ ਤੇ ਇਸ ਕੂੜੇ ਨਾਲ ਬਣਨ ਵਾਲਾ ਕੁਝ ਨਹੀਂ ਹੈ। ਸੋ ਇਹ ਗੱਲਾਂ ਇਹੋ ਜਿਹੀਆਂ ਹੋ ਰਹੀਆਂ ਨੇ। ਪਰ ਇਹ ਗੱਲ ਪੱਕੀ ਹੈ ਕਿ ਜਿਹੜੇ ਅਜੇ ਤੱਕ ਲੋਕ ਸ਼ਾਮਲ ਕੀਤੇ ਗਏ ਨੇ, ਸਿਰਫ ਇੱਕ ਜੋ ਲੋਕਲ ਲੈਵਲ ਤੇ ਕਾਡਰ ਬਣਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਇਸ ਨਾਲ ਕੋਈ ਬਹੁਤ ਵੱਡਾ ਕੁਝ ਹਾਸਲ ਹੋਵੇਗਾ ਉਹ ਮੈਨੂੰ ਨਜ਼ਰ ਨਹੀਂ ਆ ਰਿਹਾ। ਸੁਨੀਲ ਜਾਖੜ ਮਾੜੀ ਮੋਟੀ ਹਵਾ ਪੈਦਾ ਕਰ ਸਕਦੇ ਆ, ਪਰ ਸੁਨੀਲ ਜਾਖੜ ਦਾ ਸਿਆਸੀ ਵਜੂਦ ਵੀ ਓਨਾ ਨਹੀਂ ਰਹਿ ਗਿਆ ਜੋ ਕਦੇ ਪੰਜਾਬ ਵਿੱਚ ਮਾੜਾ ਮੋਟਾ ਬਣ ਗਿਆ ਸੀ, ਪਰ ਉਸ ਤੋਂ ਕਾਫੀ ਉਹ ਥੱਲੇ ਨੇ ਇਸ ਵੇਲੇ ਵੀ। ਸੋ ਭਾਜਪਾ ਸਿਰਫ ਪੈਰ ਜਮਾ ਰਹੀ ਹੈ। ਪਰ ਇਸ ਨਾਲ ਜਿਹੜੇ ਸਥਾਨਕ ਆਗੂ ਭਾਜਪਾ ਨਾਲ ਸਾਲਾਂ ਬੱਧੀ ਜੁੜੇ ਹੋਏ ਸਨ, ਇਹਨਾਂ ਲੋਕਾਂ ਦੇ ਸ਼ਾਮਲ ਹੋਣ ਨਾਲ ਉਹਨਾਂ ਤੇ ਕੀ ਅਸਰ ਪਏਗਾ, ਇਸ ਗੱਲ ਦਾ ਵੀ ਭਾਜਪਾ ਨੇ ਅਜੇ ਤੱਕ ਕੋਈ ਜ਼ਿਕਰ ਨਹੀਂ ਕੀਤਾ। ਪਰ ਪੂਰੇ ਜ਼ੋਰ ਸ਼ੋਰ ਨਾਲ ਅਮਿਤ ਸ਼ਾਹ ਦੀ ਮੌਜੂਦਗੀ ਦੇ ਵਿੱਚ ਇਹ ਸਾਰੇ ਲੋਕਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ, ਕਰਵਾਇਆ ਜਾ ਰਿਹਾ ਹੈ, ਜਾਂ ਆਪਣੀ ਮਰਜ਼ੀ ਨਾਲ ਹੋ ਰਹੇ ਨੇ, ਇਹ ਹੁਣ ਉਹੀ ਜਾਣਦੇ ਨੇ। ਜੀ ਬਿਲਕੁਲ, ਪੰਜਾਬ ਕਾਂਗਰਸ ਤੋਂ ਬਾਅਦ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਵੀ ਕਰਦੇ ਹਾਂ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਚੁੱਕਾ ਹੈ। ਬਹੁਤ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਕੱਲ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸੋਫਿਆਂ ਤੇ ਬੈਠੀ ਹੈ ਤੇ ਦੱਸਿਆ ਜਾਂਦਾ ਵੀ ਉਹ ਜਿਹੜੇ ਸੋਫੇ ਨੇ ਉਹ ਸਿਮਰਨਜੀਤ ਸਿੰਘ ਮਾਨ ਦੇ ਘਰ ਦੇ ਨੇ, ਤੇ ਬਾਹਰ ਨਿਕਲ ਕੇ ਫਿਰ ਉਹ ਜਿਹੜੀ ਲੀਡਰਸ਼ਿਪ ਉਹ ਕਹਿੰਦੀ ਹੈ ਜੀ ਅਸੀਂ ਪੰਥ ਨੂੰ ਮਜ਼ਬੂਤ ਕਰਨਾ ਹੈ, ਇਸ ਕਰਕੇ ਅਸੀਂ ਹੁਣ ਇਕੱਠੇ ਹੋ ਕੇ ਲੜਨ ਲੱਗੇ ਹਾਂ। ਪਹਿਲਾ ਸਵਾਲ ਮੇਰਾ ਤੁਹਾਨੂੰ ਇਹ ਹੈ ਕਿ ਸਾਂਝਾ ਉਮੀਦਵਾਰ ਉਹਨਾਂ ਦਾ ਕੌਣ ਹੋਊਗਾ, ਤੇ ਦੂਜਾ ਸਵਾਲ ਮੇਰਾ ਇਹ ਹੈ ਕਿ ਇਹ ਪੰਥ ਦੀਆਂ ਫਿਕਰਾਂ ਪਹਿਲਾਂ ਕਿੱਥੇ ਸੀ? ਸੰਗਰੂਰ ਜ਼ਿਮਨੀ ਚੋਣਾਂ 'ਚ ਪੰਥ ਦੀ ਬਹੁਤੀ ਫਿਕਰ ਸਤਾਉਣੀ ਸੀ ਇਹਨਾਂ ਨੂੰ। ਰਾਤ ਦੇ 9 ਵਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਗ੍ਰਹਿ ਵਿਖੇ ਸੁਖਬੀਰ ਬਾਦਲ ਤੇ ਉਹਨਾਂ ਦੇ ਸਾਥੀ ਗਏ ਨੇ। ਅੱਧਾ ਕੁ ਘੰਟਾ ਦੇ ਆਸ-ਪਾਸ ਕਹਿੰਦੇ ਉਹਨਾਂ ਦੀ ਗੱਲਬਾਤ ਹੋਈ ਹੈ। ਪ੍ਰੋਗਰਾਮ ਰਿਕਾਰਡ ਕੀਤੇ ਜਾਣ ਤੱਕ ਤਾਜ਼ਾ ਖਬਰ ਇਹ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਕਾਗਜ਼ ਦਾਖਲ ਕਰ ਦਿੱਤੇ ਨੇ ਤੇ ਦੋਵਾਂ ਵਿਚਕਾਰ ਸਮਝੌਤਾ ਹੋਣ ਦੀ ਸੰਭਾਵਨਾ ਹੁਣ ਘੱਟ ਬਚੀ ਹੈ, ਟੁੱਟੀ ਨਹੀਂ। ਉਹ ਇਸ ਕਰਕੇ ਕਿ ਜੇ ਉਹਨਾਂ ਨੇ ਕਾਗਜ਼ ਦਾਖਲ ਕਰ ਦਿੱਤੇ ਨੇ ਤੇ ਉਹਨਾਂ ਨੇ ਆਪਣਾ ਦਾਅਵਾ ਪੇਸ਼ ਕਰ ਦਿੱਤਾ ਹੈ, ਤੇ ਅਕਾਲੀ ਦਲ ਜਿਨ੍ਹਾਂ ਨੂੰ ਆਪਣੇ ਤੌਰ ਤੇ ਇਹ ਲੱਗ ਰਿਹਾ ਹੈ ਇਸ ਵੇਲੇ, ਜੇ ਉਹਨਾਂ ਨੇ ਆਪਣੀ ਸਟੱਡੀ, ਆਪਣਾ ਅਧਿਐਨ ਪੂਰਾ ਕੀਤਾ ਹੋਵੇਗਾ ਕਿ ਸੰਗਰੂਰ ਦੇ ਵਿੱਚ ਉਹਨਾਂ ਕੋਲ ਚਾਂਸ ਨਹੀਂ ਹੈ ਚੋਣ ਜਿੱਤਣ ਦਾ ਕਿਸੇ ਪਾਸਿਓਂ, ਤੇ ਕਿਉਂ ਨਾ ਇਸ ਸੂਰਤ ਦੇ ਵਿੱਚ ਕੁਝ ਅਜਿਹੇ ਲੋਕਾਂ ਨੂੰ ਨਾਲ ਜੋੜ ਲਿਆ ਜਾਵੇ ਜੋ ਉਹਨਾਂ ਲਈ ਸਹਾਈ ਹੋ ਸਕਦੇ ਨੇ। ਸਿਮਰਨਜੀਤ ਸਿੰਘ ਮਾਨ ਸਾਂਝੇ ਉਮੀਦਵਾਰ ਬਣ ਸਕਦੇ ਨੇ, ਜਾਂ ਸਿਮਰਨਜੀਤ ਸਿੰਘ ਮਾਨ ਨੇ ਕੱਲ੍ਹ ਤੇ ਇਹ ਵੀ ਕਿਹਾ ਸੀ ਕਿ ਦੇਖਾਂਗੇ ਜਿਹੜਾ ਉਮੀਦਵਾਰ ਉਹ ਖੜਾ ਹੋਵੇਗਾ, ਜੇ ਉਹ ਠੀਕ ਹੋਇਆ ਤਾਂ ਫਿਰ ਉਸ ਦੀ ਮਦਦ ਕਰ ਸਕਦੇ ਹਾਂ। ਪਰ ਜੇ ਉਹਨਾਂ ਨੇ ਆਪ ਹੀ ਕਾਗਜ਼ ਦਾਖਲ ਕਰ ਦਿੱਤੇ ਨੇ ਤਾਂ ਫਿਰ ਉਹਨਾਂ ਨੇ ਹੋਰ ਉਮੀਦਵਾਰ ਕਿਹੜਾ ਉਡੀਕਣਾ ਹੋਇਆ ਭਲਾ। ਸੁਖਬੀਰ ਸਿੰਘ ਬਾਦਲ ਇਸ ਵੇਲੇ ਬਹੁਤ ਤੇਜ਼ੀ ਨਾਲ ਭੱਜੇ ਫਿਰ ਰਹੇ ਨੇ। ਉਹਨਾਂ ਨੇ ਇੰਨੀਆਂ ਗੇੜੀਆਂ ਅੰਮ੍ਰਿਤਸਰ ਤੇ ਪੰਥਕ ਮੁੱਦਿਆਂ ਤੇ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰਨ ਤੇ ਹੋਰਨਾਂ ਧਿਰਾਂ ਦੇ ਨਾਲ ਮੁਲਾਕਾਤ ਕਰਨ ਦੇ ਵਿੱਚ ਜਿੰਨਾ ਸਮਾਂ ਲਾਇਆ, ਸ਼ਾਇਦ ਇੰਨਾ ਪਹਿਲਾਂ ਕਦੇ ਨਾ ਲਾਇਆ ਹੋਵੇ। ਤੁਹਾਨੂੰ ਯਾਦ ਹੋਵੇਗਾ ਕਿ ਇੱਕ ਕਮੇਟੀ ਬਣਾਈ ਗਈ ਸੀ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ, ਜਿਸ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਕੁਝ ਚਾਰਾਜੋਈਆਂ ਕਰਨੀਆਂ ਸੀ। ਉਹਨਾਂ ਵਿੱਚੋਂ ਕੁਝ ਲੋਕ ਜਿਹੜੇ ਸੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਹੋ ਗਏ, ਸਿਮਰਨਜੀਤ ਸਿੰਘ ਮਾਨ ਨਾਲ ਜੁੜੇ ਰਹੇ ਨੇ। ਉਹਨਾਂ ਨੇ ਕਿਹਾ ਕਿ ਇਹ ਕੰਮ ਸਾਂਝਾ ਹੈ ਤੇ ਮੈਂ ਨਾਲ ਰਹਾਂਗਾ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਕਦੀ ਸ਼੍ਰੋਮਣੀ ਕਮੇਟੀ ਤੇ ਕਾਬਜ਼ ਮਸੰਦ, ਕਦੀ ਕੁਛ ਐਡਜੈਕਟਿਵ ਵਿਸ਼ਲੇਸ਼ਣ ਉਹਨਾਂ ਨੇ ਛੱਡਿਆ ਕੋਈ ਨਹੀਂ ਇੰਨੇ ਸਾਲਾਂ ਦੇ ਵਿੱਚ ਜਿਹੜਾ ਉਹਨਾਂ ਨੇ ਨਾ ਵਰਤਿਆ ਹੋਵੇ। ਹੁਣ ਹੋਇਆ ਕੀ ਹੈ ਕਿ ਸਿਆਸੀ ਹਾਸ਼ੀਏ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਪਹਿਲਾਂ ਹੀ ਜਿਹੜੇ ਸੀ ਉਹ ਕਿਨਾਰੇ ਤੇ ਜਾ ਚੁੱਕੇ ਸੀ। ਜਦੋਂ ਦਾ ਉਹਨਾਂ ਦਾ ਐਪੀਸੋਡ ਹੋਇਆ ਸੀ ਕਿ ਪਾਰਲੀਮੈਂਟ ਦੇ ਵਿੱਚ ਕਿਰਪਾਨ ਲੈ ਕੇ ਜਾਣੀਆਂ, ਉਸ ਤੋਂ ਬਾਅਦ ਉਹਨਾਂ ਨੂੰ ਉਹ ਹਮਾਇਤ ਲੋਕਾਂ ਦੀ ਨਹੀਂ ਮਿਲ ਸਕੀ, ਉਹਨਾਂ ਦੀ ਪਾਰਟੀ ਨੂੰ ਜਾਂ ਉਹਨਾਂ ਨੂੰ ਜੋ ਉਹਨਾਂ ਨੂੰ ਕਦੇ ਪੰਜਾਬ ਵਿੱਚ ਪ੍ਰਾਪਤ ਸੀ। ਬਹੁਤ ਵੱਡੀ ਹਮਾਇਤ ਸੀ,
ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਸੀ ਉਹ ਮਜ਼ਬੂਤ ਹੋ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਸੀ ਕਮਜ਼ੋਰ ਰੋਜ਼ ਦਾ ਰੋਜ਼ ਕਮਜ਼ੋਰ ਹੁੰਦਾ ਗਿਆ। ਪਰ ਕੁਝ ਖਾਸ ਵਿਅਕਤੀ ਜੁੜੇ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ, ਜਿਹੜੇ ਉਸ ਵਿਚਾਰਧਾਰਾ ਨਾਲ ਜੁੜੇ ਹੋਏ ਸੀ ਤੇ ਸਿਮਰਨਜੀਤ ਸਿੰਘ ਮਾਨ ਆਪਣੀ ਇੱਕ ਰਿਸਪੈਕਟ ਕਮਾਂਡ ਕਰਨ ਲੱਗ ਪਏ ਆਪਣੇ ਤੌਰ ਤੇ। ਵੋਟ ਬੈਂਕ ਨਹੀਂ ਸੀ, ਇਹ ਗੱਲ ਸਮਝਣੀ ਪਏਗੀ ਸਾਨੂੰ। ਵੋਟ ਦੇ ਵਿੱਚ ਕਨਵਰਟ ਕਰਨਾ ਰਿਸਪੈਕਟ ਨੂੰ ਇੱਕ ਅਗਲਾ ਇਸ਼ੂ ਹੈ ਤੇ ਆਪਣੇ ਤੌਰ ਤੇ ਇੱਕ ਰਿਸਪੈਕਟ ਕਮਾਂਡ ਕਰਨੀ ਉਹ ਦੂਸਰਾ ਇਸ਼ੂ ਹੈ। ਉਹ ਕਮਾਂਡ ਕਰਦੇ ਰਹੇ ਪਰ ਵੋਟ ਦੇ ਵਿੱਚ ਕਨਵਰਟ ਨਹੀਂ ਹੋ ਸਕੇ। ਹੁਣ ਇਸ ਦਾ ਮਤਲਬ ਇਹ ਹੋਇਆ ਕਿ ਸਿਆਸੀ ਤੌਰ ਤੇ ਬਿਲਕੁਲ ਉਹ ਜਿਹੜਾ ਉਹਨਾਂ ਨੂੰ ਸਰਵੇਖਣਾਂ ਦੇ ਵਿੱਚ ਵੀ ਕੋਈ ਜਗ੍ਹਾ ਨਹੀਂ ਸੀ ਜਿਹੜੀ ਮਿਲਦੀ ਤੇ ਕੋਈ ਉਹਨਾਂ ਨੂੰ ਇੱਕ ਅੱਧੀ ਸੀਟ ਵੀ ਮਿਲ ਸਕਦੀ ਹੈ। ਪਰ ਰਿਵਾਈਵ ਹੋਏ ਨੇ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਤੇ ਇਸ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਦੀ ਵੋਟ ਪਰਸੈਂਟੇਜ ਸਿਮਰਨਜੀਤ ਸਿੰਘ ਮਾਨ ਦੇ ਆਪਣੀ ਵੋਟ ਵੀ ਵਧੀ ਹੈ ਤੇ ਉਹਨਾਂ ਦੇ ਜਿੱਥੇ ਉਹਨਾਂ ਦੇ ਉਮੀਦਵਾਰ ਖੜੇ ਹੋਏ ਸੀ ਉੱਥੇ ਵੀ ਵੋਟ ਸ਼ੇਅਰ ਵਧਿਆ। ਘਟਿਆ ਸਭ ਤੋਂ ਵੱਧ ਕਿਹਦਾ? ਸ਼੍ਰੋਮਣੀ ਅਕਾਲੀ ਦਲ ਬਾਦਲ ਦਾ। ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਸਰਕਾਰਾਂ ਪੰਜਾਬ ਵਿੱਚ ਸਨ, ਭਾਈਵਾਲ ਸਰਕਾਰਾਂ, ਤੇ ਉਦੋਂ ਕਿਸੇ ਵੱਲ ਵੀ ਇਸ ਤਰ੍ਹਾਂ ਦੀ ਪਾਰਟੀ ਵੱਲ ਮੂੰਹ ਤੱਕ ਨਹੀਂ ਸੀ ਕਰਦੇ। ਅਜੇ ਕੱਲ੍ਹ ਦੀਆਂ ਤਾਂ ਗੱਲਾਂ ਨੇ ਵੋਟਾਂ ਦੇ ਦਰਮਿਆਨ। ਇੱਕ ਪੱਤਰਕਾਰ ਨੂੰ ਸੁਖਬੀਰ ਸਿੰਘ ਬਾਦਲ ਕਹਿ ਰਹੇ ਸੀ ਕਿ ਮੈਂ ਸਿਮਰਨਜੀਤ ਸਿੰਘ ਮਾਨ ਨੂੰ ਕਦੇ ਮਿਲਿਆ ਹੀ ਨਹੀਂ, ਮੈਂ ਚਾਹੁੰਦਾ ਕਿ ਉਹਨਾਂ ਨੂੰ ਮਿਲਾਂ ਪਰ ਮੈਂ ਕਦੇ ਮਿਲਿਆ ਹੀ ਨਹੀਂ। ਪਰ ਹੁਣ ਰੋਜ਼ ਮੁਲਾਕਾਤਾਂ ਹੋ ਰਹੀਆਂ ਨੇ। ਸਿਆਸੀ ਸਮੀਕਰਨ ਸਾਰੇ ਸੰਗਰੂਰ ਲੋਕ ਸਭਾ ਨੂੰ ਕੈਸ਼ ਕਰਨ ਦੇ ਚੱਕਰ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਪੱਬਾਂ ਭਾਰ ਨੇ। ਆਮ ਆਦਮੀ ਪਾਰਟੀ ਨੇ ਪਹਿਲ ਕਰਦੇ ਹੋਏ ਆਪਣਾ ਉਮੀਦਵਾਰ ਐਲਾਨ ਦਿੱਤਾ ਤੇ ਇੱਧਰੋਂ ਜਿਹੜਾ ਹੁਣ ਸਥਿਤੀ ਬਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਅਕਾਲੀ ਦਲ ਬਾਦਲ ਇਕੱਠੇ ਹੋ ਕੇ ਕੀ ਚੋਣ ਲੜਨਗੇ। ਇੱਕੋ ਹੀ ਚੀਜ਼ ਹੈ ਕਿ ਦੋਵੇਂ ਧਿਰਾਂ ਜਿਹੜੀਆਂ ਨੇ ਸਿਆਸੀ ਤੌਰ ਤੇ ਬਿਲਕੁਲ ਹਾਸ਼ੀਏ ਤੇ ਪੁੱਜੀਆਂ ਹੋਈਆਂ ਨੇ। ਇੰਪਰੂਵਮੈਂਟ ਸ਼ੋਅ ਕੀਤੀ ਹੈ ਥੋੜ੍ਹੀ ਜਿਹੀ ਪਿਛਲੀਆਂ ਚੋਣਾਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਤੇ ਗਿਰਾਵਟ ਸ਼ੋਅ ਜਿਹੜੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ। ਹੁਣ ਬਾਦਲ ਸਾਹਿਬ ਫੋਨ ਤੇ ਵਧਾਈਆਂ ਦੇ ਰਹੇ ਸੀ ਵੋਟਾਂ ਤੋਂ ਪਹਿਲਾਂ ਬੀਬੀ ਮਾਇਆਵਤੀ ਨੂੰ ਕਿ ਦੇਖੋ ਇਹ ਬਹੁਤ ਵੱਡਾ ਅਲਾਇੰਸ ਸਾਡਾ ਹੋਇਆ ਤੇ ਸਰਕਾਰ ਬਣਾਵਾਂਗੇ ਅਸੀਂ ਪੰਜਾਬ ਵਿੱਚ। ਉਹ ਅਲਾਇੰਸ ਵਾਲਿਆਂ ਨੂੰ ਵੀ ਕੋਈ ਫਾਇਦਾ ਨਾ ਹੋਇਆ। ਕੀ ਇਹ ਜੋ ਸਿਆਸੀ ਸਮੀਕਰਨ ਅੱਜ ਸੁਖਬੀਰ ਸਿੰਘ ਬਾਦਲ ਬਣਾ ਰਹੇ ਨੇ ਇਸ ਵਿੱਚ ਕੀ ਬਹੁਜਨ ਸਮਾਜ ਪਾਰਟੀ ਨੂੰ ਕੌਨਫੀਡੈਂਸ ਵਿੱਚ ਲਿਆ ਜਾ ਰਿਹਾ ਜਿਨ੍ਹਾਂ ਨੂੰ ਕਦੇ ਭਾਈਵਾਲ ਬਣਾਇਆ ਸੀ? ਮੇਰਾ ਨਹੀਂ ਖਿਆਲ ਉਹਨਾਂ ਨੂੰ ਪੁੱਛਿਆ ਵੀ ਜਾ ਰਿਹਾ। ਤੇ ਸਿਮਰਨਜੀਤ ਸਿੰਘ ਮਾਨ ਹੋਣਾ ਦੀ ਇੱਕ ਪੁਰਾਣੀ ਰਿਕਾਰਡਿੰਗ ਬੀਬੀ ਮਾਇਆਵਤੀ ਬਾਰੇ ਪਈ ਹੈ ਜਿਸ ਵਿੱਚ ਬਹੁਤ ਹੀ ਭੱਦੇ ਜਿਹੇ ਲਫ਼ਜ਼ ਉਹਨਾਂ ਨੇ ਵਰਤੇ ਸੀ, ਮੈਂ ਜਿਹੜੇ ਇੱਥੇ ਵਰਤ ਵੀ ਨਹੀਂ ਸਕਦਾ। ਹੁਣ ਗੱਲ ਇਹ ਹੈ ਕਿ ਇਹ ਸਿਰਫ ਇੱਕ ਮੌਕਾ ਪ੍ਰਸਤੀ ਹੈ। ਮੈਂ ਇਸ ਨੂੰ ਮੌਕਾ ਪ੍ਰਸਤੀ ਕਹਿਣ ਦੇ ਵਿੱਚ ਮੈਨੂੰ ਕੋਈ ਗੁਰੇਜ਼ ਨਹੀਂ ਹੈ। ਪਰ ਗੱਲ ਬਿਹਤਰ ਤਾਂ ਹੋਵੇਗੀ ਕਿ ਅੱਜ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਤੇ ਜਿਹੜੀ ਤੁਸੀਂ ਕਹੀ ਹੈ ਕਿ ਪੰਥਕ ਮੁੱਦੇ ਸਾਹਮਣੇ ਆ ਰਹੇ ਨੇ, ਪੰਥਕ ਮੁੱਦੇ ਹੈਗੇ ਨੇ, ਹੋਣਗੇ ਵੀ ਤੇ ਉਹਨਾਂ ਦੇ ਬਾਰੇ ਗੱਲ ਕਰਨੀ ਵੀ ਚਾਹੀਦੀ ਹੈ। ਪਰ ਸੰਗਰੂਰ ਲੋਕ ਸਭਾ ਨੂੰ ਆਧਾਰ ਬਣਾ ਕੇ ਨਹੀਂ, ਜੇ ਬਣਾਉਣੇ ਤਾਂ ਫਿਰ ਸ਼੍ਰੋਮਣੀ ਕਮੇਟੀ ਦਾ ਆਧਾਰ ਬਣਾਓ, ਉਹਦੀਆਂ ਇਲੈਕਸ਼ਨਾਂ ਕਰਵਾਓ। ਗੁਰਦੁਆਰਾ ਕਮਿਸ਼ਨ ਨੂੰ ਕਹੋ, ਰਿਕੁਐਸਟ ਕਰੋ ਕਿ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਕਰਵਾਉਣ ਤੇ ਫਿਰ ਦੇਖਦੇ ਹਾਂ ਕਿ ਤੁਸੀਂ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਕਰਦੇ ਹੋ ਜਾਂ ਉਹ ਤੁਹਾਡੀ ਸਪੋਰਟ ਕਰਦੇ ਨੇ। ਸੰਗਰੂਰ ਵਿੱਚੋਂ ਕੀ ਕੱਢਣਾ? ਤੁਹਾਡਾ ਇੰਨਾ ਲੰਬਾ ਸਮਾਂ ਤੁਹਾਡੇ ਮੈਂਬਰ ਪਾਰਲੀਮੈਂਟ ਰਹੇ ਨੇ, ਜੇ ਇੱਕ ਹੋਰ ਭੇਜ ਦਿਓਗੇ ਤਾਂ ਕੀ ਫਰਕ ਪੈਣਾ? ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਬਾਦਲ ਮੈਂਬਰ ਪਾਰਲੀਮੈਂਟ ਹਨ ਜੀ, ਉੱਥੇ ਆਵਾਜ਼ ਉਠਾ ਲੈਣ। ਲੋਕ ਸਭਾ ਦੇ ਵਿੱਚ ਇੱਕ ਮੈਂਬਰ ਹੋਰ ਪਹੁੰਚ ਜਾਏਗਾ ਤੇ ਕੀ ਫਰਕ ਪੈਣ ਵਾਲਾ? ਉਸ ਨਾਲ ਮੈਜੋਰਟੀ ਤੇ ਹੋਰਨਾਂ ਲੋਕਾਂ ਕੋਲ ਹੈ ਜਿਨ੍ਹਾਂ ਨਾਲ ਅੱਜ ਤੁਹਾਡੀ ਭਾਈਵਾਲੀ ਨਹੀਂ ਹੈ। ਤੇ ਇਹ ਗੱਲਾਂ ਕਰਨੀਆਂ ਤੇ ਉਦੋਂ ਸੀ ਜਦੋਂ ਤੁਹਾਡੇ ਆਪਣੇ ਮੈਂਬਰ ਵੀ ਚੰਗੇ ਭਲੇ ਹੁੰਦੇ ਸੀ, ਤੁਹਾਡੇ ਮੰਤਰੀ ਵੀ ਕੋਲ ਸੀ, ਮੰਤਰੀ ਮੰਡਲ ਦਾ ਅਹੁਦਾ ਵੀ ਕੋਲ ਸੀ ਕੇਂਦਰ ਦੇ ਵਿੱਚ ਤੇ ਪੰਜਾਬ ਦੀ ਸਰਕਾਰ ਸੀ। ਉਦੋਂ ਤੁਸੀਂ ਜਿਹੜਾ ਮਰਜ਼ੀ ਮਸਲਾ ਹੱਲ ਕਰਵਾ ਲੈਂਦੇ। ਇਹ ਮੁੱਦੇ ਜਿਹੜੇ ਨੇ ਇਸ ਵੇਲੇ ਵੋਟਾਂ ਲੱਗੇ ਆ ਕੇ ਚੇਤੇ ਹੋ ਰਹੇ ਨੇ ਔਰ ਘੱਲੂ ਘਾਰਾ ਹਫ਼ਤਾ ਚੱਲ ਰਿਹਾ ਹੈ। ਦੁਖਦਾਈ ਸਮਾਂ ਹੈ ਇੱਕ ਕਿਸਮ ਦਾ ਸਿੱਖ ਕੌਮ ਵਾਸਤੇ ਔਰ ਦੁਖੀ ਜਿਹੜੇ ਆਮ ਸਿੱਖ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਦੁਖੀ ਹੁੰਦਾ ਹੈ ਕਿ ਜੋ 1984 ਦੇ ਵਿੱਚ ਹੋਇਆ ਉਹ ਨਾ ਵਾਪਰਦਾ ਤੇ ਇਹ ਘਟਨਾਵਾਂ ਕਿਸ ਤਰ੍ਹਾਂ ਹੋਈਆਂ, ਕਿਵੇਂ ਹੋਈਆਂ। ਪਰ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ, ਪਰ ਅੱਜ ਕੱਲ੍ਹ ਇਹਨਾਂ ਦੇ ਮੂੰਹੋਂ ਉਹ ਚੰਗਾ ਨਹੀਂ ਲੱਗ ਰਿਹਾ। ਮੈਨੂੰ ਇਹ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਜੀ। ਬਿਲਕੁਲ 1984 ਵਾਲਾ ਜ਼ਖਮ ਜਿਹੜਾ ਅੱਜ ਵੀ ਟਸਕਦਾ। ਪਰ ਵਾਪਸ ਇਸੇ ਮੁੱਦੇ ਤੇ ਆਉਂਦੇ ਆ, ਜਿਨ੍ਹਾਂ ਨੇ ਕਦੇ ਇੱਕ ਦੂਜੇ ਨਾਲ ਲਾ ਕੇ ਨਹੀਂ ਖਾਧੀ ਉਹ ਅੱਜ ਗੋਡੇ ਮੋਢੇ ਸਿਰ ਜੋੜ ਕੇ ਮੀਟਿੰਗਾਂ ਕਰ ਰਹੇ ਨੇ, ਬਹਾਨਾ ਫਿਰ ਉਹੀ ਪੰਥ ਦਾ। ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਸਿਮਰਨਜੀਤ ਸਿੰਘ ਮਾਨ ਤੇ ਸੁਖਬੀਰ ਸਿੰਘ ਬਾਦਲ ਦੀ ਆਪਸ 'ਚ ਪੁੱਗ ਜੂਗੀ? ਨਹੀਂ ਪੁੱਗ ਸਕਦੀ, ਲੰਬੇ ਸਮੇਂ ਲਈ ਨਹੀਂ ਪੁੱਗ ਸਕਦੀ। ਇਹ ਸਿਰਫ ਮੌਕਾ ਪ੍ਰਸਤੀ ਹੈ। ਮੈਂ ਇਹਨੂੰ ਮੌਕਾ ਪ੍ਰਸਤੀ ਦੇ ਤੌਰ ਤੇ ਦੇਖਦਾ ਔਰ ਜ਼ਿਆਦਾ ਵੱਡੀ ਮੌਕਾ ਪ੍ਰਸਤੀ ਜਿਹੜੀ ਸੁਖਬੀਰ ਸਿੰਘ ਬਾਦਲ ਵੱਲੋਂ ਹੈ। ਸਿਮਰਨਜੀਤ ਸਿੰਘ ਮਾਨ ਜਿਵੇਂ ਮੈਂ ਪਹਿਲਾਂ ਕਿਹਾ ਸੀ ਇੱਕ ਖਾਸ ਕਿਸਮ ਦੀ ਰਿਸਪੈਕਟ ਕਮਾਂਡ ਕਰਦੇ ਨੇ। ਉਹ ਸ਼ਾਇਦ ਸਮਝਣ ਤੋਂ ਅਸਮਰੱਥ ਨੇ ਇਸ ਸਾਰੇ ਰੌਲੇ ਕੋਲੇ ਨੂੰ, ਜਾਂ ਉਹ ਸਮਝ ਰਹੇ ਨੇ ਕਿ ਸਾਡਾ ਵੋਟ ਬੈਂਕ ਵੋਟ ਸ਼ੇਅਰ ਕੁਛ ਵਧਿਆ ਤੇ ਸਾਨੂੰ ਆਪਣੀ ਗੱਲ ਕਰਨ ਦਾ ਮੌਕਾ ਮਿਲੇਗਾ
ਤੇ ਸ਼ਾਇਦ ਉਹ ਇਸ ਨੂੰ ਦੇਖ ਰਿਹਾ ਹੁਣ ਮੌਕੇ ਵਜੋਂ ਕਿ ਦੇਖੋ ਘੱਟੋ ਘੱਟ ਇੱਕ ਮੈਂਬਰ ਪਾਰਲੀਮੈਂਟ ਤੇ ਬਣਾਈਏ ਕਿ ਕਿਸੇ ਨਾ ਕਿਸੇ ਤਰੀਕੇ ਤੇ ਇਹਦੇ ਲਈ ਸਾਨੂੰ ਕਿਸੇ ਨਾਲ ਸਾਂਝ ਪਾਉਣੀ ਪਵੇ ਤੇ ਹਰਜ ਕੀ ਹੈ। ਚਲੋ ਇਹ ਸਿਆਸੀ ਤੌਰ ਤੇ ਸਹੀ ਵੀ ਹੋ ਸਕਦਾ ਉਹਨਾਂ ਦਾ ਕਦਮ, ਪਰ ਜਿਹੜੇ ਮੁੱਦੇ ਅੱਜ ਚੇਤੇ ਕਰਾ ਰਹੇ ਨੇ ਸਿਮਰਨਜੀਤ ਸਿੰਘ ਮਾਨ ਤੇ ਬੜੀ ਦੇਰ ਦੇ ਉਠਾ ਰਹੇ ਨੇ ਮੁੱਦੇ ਜੀ, ਤੇ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਦੀ ਰਡਾਰ ਤੇ ਤਾਂ ਇਹ ਮੁੱਦੇ ਕਦੀ ਰਹੇ ਨੇ। ਹੁਣ ਇਹ ਸਿਆਸੀ ਦਾ ਪੇਚ ਹੈ। ਤੁਸੀਂ ਪੁੱਛਿਆ ਕਿ ਇਹ ਮਿਲ ਕੇ ਕਦੀ ਚੱਲ ਸਕਣਗੇ ਲਗਾਤਾਰ, ਮੈਨੂੰ ਲੱਗਦਾ ਨਹੀਂ ਇਹ ਚੱਲ ਸਕਣਗੇ। ਔਰ ਨਜ਼ਰ ਜਿਹੜੀ ਹੈ ਨਾ ਉਹ ਥੋੜ੍ਹੀ ਜਿਹੀ ਮਾਰੀਏ ਪਿਛਲੇ ਘਟਨਾਕ੍ਰਮ ਤੇ ਬਹੁਤ ਕਿਸਮਾਂ ਦੇ ਐਡਜੈਕਟਿਵ ਜਿਹੜੇ ਮੈਂ ਪਹਿਲਾਂ ਦੱਸਿਆ ਸੀ ਵਰਤੇ ਗਏ ਨੇ, ਉਹਨਾਂ ਨੂੰ ਵਾਪਸ ਲੈਣਾ ਮੁਸ਼ਕਲ ਹੋਏਗਾ। ਖਾਸ ਤੌਰ ਤੇ ਜੇ ਕਿਸੇ ਇਹ ਵੀ ਕਹਿ ਦੇਣ ਕਿ ਅਸੀਂ ਇੱਕ ਮੁੱਦੇ ਤੇ ਇਕੱਠੇ ਹਾਂ, ਜਿਵੇਂ ਕਿਸਾਨ ਜਥੇਬੰਦੀਆਂ ਅੱਜ ਬਹੁਤ ਉਹਨਾਂ ਦੇ ਧੜੇ ਬਣ ਗਏ ਨੇ, ਨਵੀਆਂ ਜਥੇਬੰਦੀਆਂ ਵੀ ਉੱਭਰ ਰਹੀਆਂ ਨੇ, ਬਹੁਤ ਮੁੱਦਿਆਂ ਤੇ ਇੱਕ ਦੂਸਰੇ ਨਾਲ ਸਿੰਘ ਫਸਾਈ ਫਿਰਦੇ ਨੇ, ਪਰ ਕਿਸੇ ਇੱਕ ਮੁੱਦੇ ਤੇ ਉਹ ਇਕੱਠੇ ਸਾਨੂੰ ਖੇਤੀ ਕਾਨੂੰਨ ਵਾਪਸ ਲੈਣ ਦੇ। ਜੇ ਇਸ ਤਰ੍ਹਾਂ ਦੇ ਮੁੱਦੇ ਤੇ ਕਿਤੇ ਇਕੱਠੇ ਹੋ ਸਕਦੇ ਨੇ ਤੇ ਕੋਈ ਗੱਲ ਨਹੀਂ, ਹੋ ਲੈਣ ਦਿਓ, ਲੋਕਾਂ ਦੀ ਕਚਹਿਰੀ ਵਿੱਚ ਜਾਣਗੇ, ਫਿਰ ਲੋਕ ਦੱਸਣਗੇ ਕਿ ਵੋਟ ਕਿਹਨੂੰ ਪਾਉਣੀ ਹੈ। ਪਰ ਇਹਨਾਂ ਜ਼ਿਆਦਾ ਚੱਲਣ ਵਾਲੇ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਸ ਖੇਡ ਦੇ ਵਿੱਚੋਂ ਸਿਮਰਨਜੀਤ ਸਿੰਘ ਮਾਨ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ। ਉਹਨਾਂ ਕੋਲ ਗਵਾਉਣ ਨੂੰ ਬਹੁਤਾ ਕੁਝ ਨਹੀਂ ਹੈ। ਉਹਨਾਂ ਨੇ ਵਕਾਰ ਆਪਣਾ ਰੱਖਿਆ ਹੁਣ ਤੱਕ ਤੇ ਉਸ ਵਿੱਚੋਂ ਥੋੜ੍ਹਾ ਬਹੁਤਾ ਉਹਨਾਂ ਨੂੰ ਫਰਕ ਲੱਗ ਸਕਦਾ ਹੈ ਕਿ ਉਹਨਾਂ ਨੇ ਅਕਾਲੀ ਦਲ ਬਾਦਲ ਨਾਲ ਭਿਆਲੀ ਕਿਉਂ ਪਾਈ ਹੈ। ਇਸ ਵਿੱਚੋਂ ਵੱਡਾ ਨੁਕਸਾਨ ਜੇ ਕੋਈ ਝੱਲ ਸਕਦਾ ਇੱਕ ਵਾਰੀ ਫੇਰ ਤੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਹੋ ਸਕਦਾ ਹੈ ਜੀ। ਉਹਦਾ ਕਾਰਨ ਇਹ ਹੈ ਕਿ ਜੇ ਅੱਜ ਇਕੱਠੇ ਸੰਗਰੂਰ ਲੋਕ ਸਭਾ ਲੜਦੇ ਨੇ ਤੇ ਕੱਲ੍ਹ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਉਂਦੀਆਂ ਨੇ ਤੇ ਫੇਰ ਕੀ ਬਣੇਗਾ? ਫੇਰ ਵੀ ਕੀ ਉੱਥੇ ਇਕੱਠੇ ਹੋਣਗੇ? ਕੀ ਜਿਹੜੀ ਉਹ ਕਮੇਟੀ ਬਣਾਈ ਗਈ ਹੈ ਫੇਰ ਵੀ ਉਹ ਇਸੇ ਤਰ੍ਹਾਂ ਕਮੇਟੀ ਰਹੇਗੀ। ਤੇ ਨਾਲ ਜਥੇਦਾਰ ਸਾਹਿਬ ਦਾ ਹੁਕਮ ਕਹਿ ਕੇ ਕਿ ਉਹਨਾਂ ਦਾ ਹੁਕਮ ਹੈ ਜਥੇਦਾਰ ਸਾਹਿਬ ਦਾ ਕਿ ਤੁਸੀਂ ਜਿਹੜਾ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਚਾਰਾਜੋਈ ਕਰੋ ਤੇ ਇਕੱਠੇ ਹੋ ਸਕਦਾ ਪੰਥਕ ਧਿਰਾਂ ਤੇ ਉਹ ਵੀ ਹੋਣ। ਜੇ ਜਥੇਦਾਰ ਸਾਹਿਬ ਦੇ ਹੁਕਮ ਨੂੰ ਸਿਮਰਨਜੀਤ ਸਿੰਘ ਮਾਨ ਮੰਨਦੇ ਨੇ ਤੇ ਫਿਰ ਜਿਹੜੇ ਇਹਨਾਂ ਨੇ ਆਪ ਮੁਤਵਾਜ਼ੀ ਜਥੇਦਾਰ ਬਣਾਏ ਹੋਏ ਨੇ, ਥਾਪੇ ਹੋਏ ਨੇ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਤਹਿਤ ਔਰ ਸਰਬੱਤ ਖਾਲਸਾ ਦੇ ਵਿੱਚ ਜਾਂ ਹੋਰ ਪ੍ਰੋਗਰਾਮਾਂ ਦੇ ਵਿੱਚ, ਤੇ ਫਿਰ ਉਹਨਾਂ ਦਾ ਕੀ ਬਣੇਗਾ? ਕੀ ਸਿਮਰਨਜੀਤ ਸਿੰਘ ਮਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਮੰਨਦੇ ਨੇ, ਭਾਈ ਜਗਤਾਰ ਸਿੰਘ ਹਵਾਰਾ ਨੂੰ ਮੰਨਦੇ ਨੇ ਜਾਂ ਕਿਸੇ ਹੋਰ ਨੂੰ ਮੰਨਦੇ ਨੇ? ਇਸ ਗੱਲ ਦਾ ਕਲੈਰੀਫਿਕੇਸ਼ਨ ਤਾਂ ਦੇਣਾ ਪਏਗਾ। ਪਰ ਅੱਜ ਜਥੇਦਾਰ ਸਾਹਿਬ ਦਾ ਨਾਮ ਲੈ ਕੇ ਕਿ ਉਹਨਾਂ ਦਾ ਹੁਕਮ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੁਝ ਨਾ ਕੁਝ ਕਰਨਾ ਹੈ ਭਾਈ, ਤੇ ਇਕੱਠੇ ਹੋਏ ਜਾ ਰਿਹਾ। ਇਸ ਤੋਂ ਬਾਅਦ ਮੈਂ ਇਹਨਾਂ ਨੂੰ ਸਿਆਸੀ ਤੌਰ ਤੇ ਇਕੱਠੇ ਨਹੀਂ ਵੇਖਦਾ ਜੀ। ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਨਾਮ ਵੀ ਰਾਜਨੀਤੀ ਦੇ ਨਾਲ ਜੁੜ ਰਿਹਾ, ਇਹ ਵੀ ਮੁੱਦਾ ਅਸੀਂ ਵਿਚਾਰਦੇ ਹਾਂ। ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਆ, ਬਹੁਤ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਸਿੱਧੂ ਮੂਸੇਵਾਲਾ ਦਾ ਕਤਲ ਹੋਣਾ ਬਹੁਤ ਹੀ ਮੰਦਭਾਗੀ ਘਟਨਾ ਸੀ। ਉਸ ਤੋਂ ਬਾਅਦ ਕੁਝ ਸਿਆਸਤਦਾਨਾਂ ਨੇ ਆਪਣੀਆਂ ਸਿਆਸੀ ਰੋਟੀਆਂ ਵੀ ਸੇਕੀਆਂ ਉਸ ਨੌਜਵਾਨ ਦੇ ਸਿਵਿਆਂ ਤੇ। ਫਿਰ ਹੁਣ ਖਬਰਾਂ ਉੱਠੀਆਂ ਕਿ ਸਿੱਧੂ ਮੂਸੇਵਾਲਾ ਦਾ ਪਿਤਾ ਸਰਦਾਰ ਬਲਕੌਰ ਸਿੰਘ ਸਿੱਧੂ, ਉਹਨਾਂ ਨੂੰ MP ਬਣਾ ਦੇਣਾ ਚਾਹੀਦਾ ਸੰਗਰੂਰ ਤੋਂ। ਕੁਲਦੀਪ ਜੀ, ਸਵਾਲ ਮੇਰਾ ਤੁਹਾਨੂੰ ਇਹ ਹੈ ਕਿ ਇਸ ਖਬਰ ਦੇ ਵਿੱਚ ਸੱਚ ਕਿੰਨਾ ਕੁ ਹੈ ਤੇ ਅਫਵਾਹ ਕਿੰਨੀ ਹੈ, ਤੇ ਜੇ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਗੱਲ ਕਰੀਏ ਤੇ ਉਹ ਕੀ ਕਹਿੰਦੇ ਨੇ? ਇਸ ਗੱਲ ਬਾਰੇ ਸਭ ਤੋਂ ਪਹਿਲਾਂ ਚਰਚਾ ਛੇੜੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿ ਜੇ ਬਾਕੀ ਧਿਰਾਂ, ਸਿਆਸੀ ਧਿਰਾਂ ਜਿਹੜੀਆਂ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਨੇ, ਉਹ ਮੰਨਣ ਸਾਰੇ ਇਕੱਠੇ ਹੋ ਕੇ ਤਾਂ ਉਹਨਾਂ ਭਾਵੇਂ ਜਿਹੜੀ ਮਰਜ਼ੀ ਪਾਰਟੀ ਹੋਵੇ, ਉਹਨਾਂ ਨੇ ਇਹ ਵੀ ਕਿਹਾ ਜਿਹੜੀ ਮਰਜ਼ੀ ਪਾਰਟੀ ਹੋਵੇ ਉਹ ਹਮਾਇਤ ਕਰਨ ਤੇ ਇਸ ਦਾ ਬਲਕੌਰ ਸਿੰਘ ਨੂੰ ਜਿਹੜਾ ਹੈ ਉਹ ਸੰਗਰੂਰ ਤੋਂ ਲੋਕ ਸਭਾ ਦਾ ਉਮੀਦਵਾਰ ਬਣਾ ਕੇ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਜਾਵੇ ਤੇ ਇਸ ਨਾਲ ਜਿਹੜਾ ਸਾਨੂੰ ਕੋਈ ਨੁਮਾਇੰਦਗੀ ਮਿਲੇਗੀ ਤੇ ਉਹ ਨੌਜਵਾਨਾਂ ਦੇ ਆਈਕਨ ਸਨ ਤੇ ਇਸ ਨਾਲ ਸ਼ਾਇਦ ਕੋਈ ਜਿਹੜਾ ਕੋਈ ਇਮੋਸ਼ਨਲ ਪੱਤਾ ਜਾ ਵੀ ਖੇਡਦੇ ਨੇ। ਕਹਿੰਦੇ ਸੱਚੀ ਸ਼ਰਧਾਂਜਲੀ ਹੋਊਗੀ ਉਹਨਾਂ ਨੂੰ। ਜੀ, ਸੱਚੀ ਸ਼ਰਧਾਂਜਲੀ ਦਾ ਲਫ਼ਜ਼ ਉਹਨਾਂ ਨੇ ਵਰਤਿਆ, ਪਰ ਗੱਲ ਇਹ ਕਿ ਉਸ ਦੀ ਪ੍ਰੋੜਤਾ ਹੁਣ ਕਿਸ ਨੇ ਕੀਤੀ ਹੈ। ਦੋ ਵਿਅਕਤੀਆਂ ਦੇ ਨਾਮ ਜਿਹੜੇ ਨੇ ਉਹ, ਇੱਕ ਤਾਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕਿਹਾ ਕਿ ਮੈਂ ਬਿਲਕੁਲ ਸਹਿਮਤ ਹਾਂ, ਪਾਰਟੀ ਦੇ ਵਿੱਚੋਂ ਮੈਂ ਗੱਲ ਕਰ ਰਿਹਾ ਜੀ। ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਇਸ ਵੇਲੇ ਵਿਧਾਨ ਸਭਾ ਦੇ ਵਿੱਚ ਆਗੂ ਨੇ, ਔਰ ਉਹ ਦੂਸਰੇ ਨੰਬਰ ਤੇ ਮਦਨ ਮੋਹਨ ਮਿੱਤਲ ਜਿਹੜੇ ਨੇ ਉਹ ਅਕਾਲੀ ਦਲ ਛੱਡ ਕੇ ਇੱਧਰ ਸ਼ਾਮਲ ਹੋਏ ਸੀ, ਉਹਨਾਂ ਨੇ ਪ੍ਰੋੜਤਾ ਕੀਤੀ ਕਿ ਮੈਂ ਵੀ ਸਮਰਥਨ ਕਰਦਾ। ਇੱਕ ਤੀਸਰੇ ਵਿਅਕਤੀ ਦਾ ਨਾਮ ਵੀ ਆਉਂਦਾ, ਸਰਦਾਰਾ ਸਿੰਘ ਜੌਲ। ਉਹ ਅਰਥ ਸ਼ਾਸਤਰੀ ਨੇ, ਖੇਤੀ ਦੇ ਬਾਰੇ, ਹੋਰ ਨੀਤੀਆਂ ਦੇ ਬਾਰੇ, ਪੰਜਾਬ ਦੇ ਮਸਲਿਆਂ ਤੇ ਉਹਨਾਂ ਨੇ ਸਮੇਂ-ਸਮੇਂ ਤੇ ਬਹੁਤ ਵਡਮੁੱਲੇ ਵਿਚਾਰ ਪੰਜਾਬੀਆਂ ਨੂੰ ਦਿੱਤੇ ਨੇ। ਬੜਾ ਨਾਮ ਹੈ ਉਹਨਾਂ ਦਾ, ਸਰਦਾਰ ਸਾਹਿਬ ਦਾ।
ਉਹ ਵਡੇਰੀ ਉਮਰ ਦੇ ਹੋ ਚੁੱਕੇ ਨੇ ਅਤੇ ਮੈਂ ਦੱਸ ਦੇਵਾਂ ਕਿ ਖੇਤੀ ਕਾਨੂੰਨਾਂ ਦੇ ਬਾਰੇ ਵੀ ਉਹਨਾਂ ਨੇ ਥੋੜ੍ਹੀ ਜਿਹੀ ਹਮਾਇਤ ਕੀਤੀ ਸੀ ਕਿ ਕਾਨੂੰਨ ਮਾੜੇ ਨਹੀਂ, ਕਾਨੂੰਨ ਠੀਕ ਨੇ। ਉਮਰ ਦਰਾਜ਼ ਨੇ ਅਤੇ ਉਹਨਾਂ ਨੇ ਕਿਸ ਪੁਆਇੰਟ ਆਫ ਵਿਊ ਨਾਲ ਗੱਲ ਕੀਤੀ ਹੈ ਇਹ ਤਾਂ ਉਹ ਜਾਣ ਸਕਦੇ ਨੇ। ਪਰ ਕਾਂਗਰਸ ਪਾਰਟੀ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ, ਸਰਦਾਰ ਬਲਕੌਰ ਸਿੰਘ ਨੂੰ ਚੋਣ ਦੇ ਵਿੱਚ ਉਤਾਰਨ ਲਈ ਤਿਆਰ ਬਰ ਤਿਆਰ ਨੇ। ਹੁਣ ਗੱਲ ਇਹ ਹੈ ਕਿ ਹੋਰ ਕੌਣ ਰਾਜੀ ਹੋਵੇਗਾ। ਆਮ ਆਦਮੀ ਪਾਰਟੀ ਨੇ ਤਾਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੋਇਆ, ਸਿਮਰਨਜੀਤ ਸਿੰਘ ਮਾਨ ਨੇ ਵੀ ਕਾਗਜ਼ ਦਾਖਲ ਕਹਿੰਦੇ ਕਰ ਦਿੱਤੇ ਨੇ, ਅਕਾਲੀ ਦਲ ਵੀ ਆਪਣੇ ਤੌਰ 'ਤੇ ਲੱਗਾ ਹੋਇਆ, ਉਹਨਾਂ ਵੱਲੋਂ ਤਾਂ ਕਿਸੇ ਨੇ ਨਾਮ ਨਹੀਂ ਲਿਆ। ਹੁਣ ਤਿਆਰ ਕੌਣ ਹੈ? ਜਦੋਂ ਰਾਜਾ ਵੜਿੰਗ ਨੇ ਇਹ ਗੱਲ ਕਹੀ ਕਿ ਜੇ ਬਾਕੀ ਸਿਆਸੀ ਧਿਰਾਂ ਚਾਹੁਣ, ਉਸ ਵਿੱਚ ਕਈਆਂ ਦਾ ਨਾਮ ਲਿਆ ਪਰ ਆਮ ਆਦਮੀ ਪਾਰਟੀ ਦਾ ਨਾਮ ਨਹੀਂ ਲਿਆ। ਮੈਨੂੰ ਇਸ ਦੇ ਵਿੱਚ ਮੈਂ ਸਰਦਾਰ ਬਲਕੌਰ ਸਿੰਘ ਦੇ ਉਹਨਾਂ ਦੇ ਮੈਂ ਅਜੇ ਤੱਕ ਮੈਂ ਜੋ ਉਹਨਾਂ ਦੇ ਹਾਵ ਭਾਵ ਦੇਖੇ ਨੇ, ਜੋ ਉਹਨਾਂ ਦੀ ਗੱਲਬਾਤ ਸੁਣੀ ਹੈ, ਉਹਨਾਂ ਨੇ ਅੱਜ ਇਹ ਕਹਿ ਦਿੱਤਾ ਹੈ ਕਿ ਅਜੇ ਮੇਰੇ ਪੁੱਤਰ ਦਾ ਸਿਵਾ ਠੰਡਾ ਨਹੀਂ ਹੋਇਆ। ਇਹੋ ਜਿਹੀ ਗੱਲਬਾਤ ਨਾ ਕੀਤੀ ਜਾਵੇ। ਮੈਂ ਭੋਗ ਤੋਂ ਬਾਅਦ ਹੀ ਕੋਈ ਗੱਲ ਕਰਾਂਗਾ ਤੁਹਾਡੇ ਨਾਲ, ਪਰ ਮੇਰਾ ਚੋਣ ਲੜਨ ਦਾ ਬਿਲਕੁਲ ਵੀ ਮਨ ਨਹੀਂ ਹੈ। ਮੇਰਾ ਦਿਲ ਨਹੀਂ ਕਰਦਾ ਕਿ ਮੈਂ ਚੋਣਾਂ ਦੇ ਵਿੱਚ ਖੜਾ ਹੋਵਾਂ। ਠੀਕ ਹੈ, ਬਹੁਤ ਦੁਖੀ ਨੇ ਉਹ, ਉਹਨਾਂ ਦਾ ਦਰਦ ਕੋਈ ਹੋਰ ਤੀਸਰਾ ਨਹੀਂ ਸਮਝ ਸਕਦਾ। ਅਸੀਂ ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ, ਉਹੀ ਜਾਣਦੇ ਨੇ ਜੋ ਉਹਨਾਂ ਨਾਲ ਹੋਇਆ। ਚਲੋ ਅੱਜ ਉਹ ਅਮਿਤ ਸ਼ਾਹ ਨੂੰ ਵੀ ਮਿਲੇ ਨੇ, ਉੱਥੇ ਉਹਨਾਂ ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਅਤੇ ਉੱਧਰੋਂ ਪੰਜਾਬ ਸਰਕਾਰ ਤੋਂ ਜੋ ਉਹਨਾਂ ਨੇ ਮੰਗ ਕੀਤੀ ਸੀ ਕਿ ਸਿਟਿੰਗ ਜੱਜ ਤੋਂ ਜਿਹੜੀ ਹੈ ਉਹ ਜਾਂਚ ਕਰਵਾਈ ਜਾਵੇ। ਸਰਕਾਰ ਨੇ ਤਾਂ ਮੰਨ ਲਈ ਸੀ ਅਤੇ ਅਰਜ਼ੀ ਵੀ ਚਲੀ ਗਈ ਸੀ, ਪਰ ਹਾਈ ਕੋਰਟ ਨੇ ਆਪ ਨਾ ਕਰ ਦਿੱਤੀ ਕਿ ਸਾਡੇ ਕੋਲ ਭਾਈ ਜੱਜਾਂ ਦੀ ਗਿਣਤੀ ਪੂਰੀ ਨਹੀਂ ਆ, ਅਸੀਂ ਜਾਂਚ ਨਹੀਂ ਇਹ ਕਰ ਸਕਦੇ, ਇਹ ਅਸੀਂ ਸਿਟਿੰਗ ਜੱਜ ਨਹੀਂ ਇਸ ਦੀ ਜਾਂਚ ਕਰ ਸਕਦਾ, ਰਿਟਾਇਰਡ ਤੋਂ ਕਰਵਾਉਣੀ ਤਾਂ ਕਰਵਾ ਲਓ। ਹੁਣ ਚੱਲਦੇ ਹਾਂ ਅੱਗੇ ਕਿ ਇਸ ਵਿੱਚੋਂ ਕੀ ਕੋਈ ਚਾਲ ਵੀ ਨਜ਼ਰ ਆਉਂਦੀ ਹੈ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਇਮੋਸ਼ਨਲ ਪੱਤਾ ਜਿਹੜਾ ਹੈ ਉਹ ਖੇਡ ਰਹੇ ਨੇ ਅਤੇ ਉਹਨਾਂ ਨੇ ਗੱਲ ਕੀਤੀ ਹੈ ਅਤੇ ਅਸੀਂ ਆਪਣੇ ਦਰਸ਼ਕਾਂ ਦੇ ਜ਼ਰੀਏ ਕੱਲ੍ਹ ਇਸ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਮੇਰਾ ਖਿਆਲ ਹੈ ਕਿ 99% ਨੇ ਇਸ ਗੱਲ ਨੂੰ ਕਿਹਾ ਕਿ ਬਿਲਕੁਲ ਨਹੀਂ ਇਹ ਕੰਮ ਕਰਨਾ ਚਾਹੀਦਾ। ਉਹਨਾਂ ਦਾ ਦਰਦ ਸਮਝੋ, ਉਹਨਾਂ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਹੈ, ਤੁਸੀਂ ਲਿਆਓ, ਤੁਸੀਂ ਕੋਈ ਆਪਣੇ ਵੱਲੋਂ ਯੋਗ ਉਮੀਦਵਾਰ ਉਤਾਰੋ, ਜਿਹਨੂੰ ਠੀਕ ਸਮਝਦੇ ਹੋ। ਇਹ ਇਮੋਸ਼ਨਲ ਪੱਤਾ ਖੇਡਣ ਦੀ ਕੀ ਲੋੜ ਹੈ? ਅਜੇ ਤਾਂ ਭੋਗ ਵੀ ਨਹੀਂ ਹੋਇਆ, ਅੰਤਿਮ ਅਰਦਾਸ ਵੀ ਨਹੀਂ ਹੋਈ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਹੁਣ ਪਰ ਕੈਲਕੂਲੇਸ਼ਨ ਦੇ ਵਿੱਚ ਲੈ ਕੇ ਕਾਂਗਰਸ ਪਾਰਟੀ ਕਰ ਰਹੀ ਆ। ਅਜੇ ਕੋਈ ਉਹਨਾਂ ਨੂੰ ਹਾਂ ਨਹੀਂ, ਕੋਈ ਨਾ ਨਹੀਂ। ਜੇ ਅੰਦਰ ਖਾਤੇ ਉਹਨਾਂ ਦੀ ਕੋਈ ਗੱਲ ਹੋਈ ਹੋਵੇ ਸਰਦਾਰ ਬਲਕੌਰ ਸਿੰਘ ਨਾਲ, ਤੇ ਮੈਂ ਉਸ ਬਾਰੇ ਕਹਿ ਨਹੀਂ ਸਕਦਾ, ਪਰ ਕਾਂਗਰਸ ਪਾਰਟੀ ਇਸ ਮਾਮਲੇ 'ਤੇ ਥੋੜ੍ਹਾ ਜਿਹਾ ਇੱਕ ਇਮੋਸ਼ਨਲ ਪੱਤਾ ਖੇਡ ਰਹੀ ਹੈ। ਜੀ ਕੁਲਦੀਪ ਜੀ, ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀਆਂ ਜੇਲ੍ਹਾਂ ਬੜੀਆਂ ਚਰਚਾ 'ਚ ਨੇ, ਚਾਹੇ ਉਹ VIP ਕਲਚਰ ਨੂੰ ਲੈ ਕੇ ਹੋਵੇ, ਚਾਹੇ ਇਹ ਵੀ ਕਿਹਾ ਜਾ ਰਿਹਾ ਕਿ ਜੇਲ੍ਹਾਂ ਦੀ ਬੁੱਕਲ 'ਚ ਜਿਹੜੇ ਨੇ ਗੈਂਗਸਟਰ ਛਿਪ ਕੇ ਬੈਠੇ ਨੇ। ਹੁਣ ਉੜਦੀਆਂ ਖਬਰਾਂ ਆ ਰਹੀਆਂ ਨੇ ਕਿ ਜੇਲ੍ਹਾਂ ਲਈ ਇੱਕ ਰਣਨੀਤੀ ਬਣਾਈ ਜਾ ਰਹੀ। ਕੀ ਹੈ ਜੀ ਉਹ ਰਣਨੀਤੀ? ਥੋੜ੍ਹੇ ਜਿਹੇ ਅੰਕੜੇ ਮੈਂ ਸਾਂਝੇ ਕਰਨੇ ਚਾਹਾਂਗਾ। ਉਹਨਾਂ ਅੰਕੜਿਆਂ ਮੁਤਾਬਕ 2017 ਦੇ ਵਿੱਚ ਜਦੋਂ ਅਕਾਲੀ ਭਾਜਪਾ ਸਰਕਾਰ ਸੀਗੀ ਅਤੇ ਚੋਣ ਕਾਂਗਰਸ ਨੇ ਜਿੱਤੀ ਹੈ, ਉਸ ਵੇਲੇ ਪੰਜਾਬ ਦੇ ਵਿੱਚ 545 ਗੈਂਗਸਟਰ ਜਿਹੜੇ ਸੀ ਉਹ ਐਕਟਿਵ ਦੱਸੇ ਗਏ ਜੀ, 550 ਦੇ ਕਰੀਬ। ਉਹਨਾਂ ਵਿੱਚੋਂ 500 ਤੇ ਕਾਰਵਾਈ ਹੋਈ। ਕਾਰਵਾਈ ਕਿਸ ਤਰ੍ਹਾਂ ਦੀ ਹੋਈ? 2-3 ਤੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਤੇ ਬਾਕੀ ਨੇ ਡਰਦੇ ਮਾਰੇ ਆਤਮ ਸਮਰਪਣ ਕਰ ਦਿੱਤਾ ਤੇ ਜਾਂ ਕਈ ਪੰਜਾਬ ਛੱਡ ਕੇ ਭੱਜ ਗਏ। ਫਿਰ ਆਲਮ ਇਹ ਹੋਇਆ ਕਿ 250 ਵਿਅਕਤੀ ਉਹਨਾਂ ਵਿੱਚੋਂ ਅਜੇ ਵੀ ਜੇਲ੍ਹਾਂ ਵਿੱਚ ਨੇ ਤੇ ਕੇਸ ਚੱਲ ਰਹੇ ਨੇ, ਕੇਸ ਭੁਗਤ ਰਹੇ ਨੇ ਤੇ ਕੁਝ ਅਜੇ ਤੱਕ ਫਰਾਰ ਨੇ। ਤੇ ਇਸ ਵੇਲੇ ਜਿਹੜੀ ਸਮੱਸਿਆ ਹੈ ਕਿ ਪੰਜਾਬ ਦੇ ਵਿੱਚ 45 ਗੈਂਗਸਟਰ ਜਿਹੜੇ ਨੇ ਮੋਟੇ-ਮੋਟੇ ਉਹ ਸਰਗਰਮ ਨੇ। ਇਹ ਗਾਂ ਫਿਰ ਹਿਟਮੈਨ ਰੱਖ ਕੇ ਤੇ ਰਿੱਕੀਆਂ ਕਰਵਾ ਕੇ ਤੇ ਇਸ ਤਰ੍ਹਾਂ ਪੈਸੇ ਦੇ ਕੇ ਜਿਹੜਾ ਹੈ ਕੰਟਰੈਕਟ ਕਿਲਿੰਗ ਕਰਵਾਉਂਦੇ ਨੇ ਜੀ, ਤੇ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਸ਼ਾਮਲ ਨੇ। ਹੁਣ ਇਹਦੇ ਬਾਰੇ ਸਰਕਾਰ ਨੂੰ ਪਤਾ ਹੈ, ਪਰ ਇਹ ਚੱਲ ਕਿਵੇਂ ਰਿਹਾ ਨੈਟਵਰਕ? ਇਸ ਵਾਸਤੇ ਇੱਕ ਡਿਵਾਈਸ ਜਿਹੜੀ ਹੈ ਨਾ ਜੀ, ਉਹ ਸਭ ਤੋਂ ਵੱਧ ਜ਼ਿੰਮੇਵਾਰ ਮੰਨੀ ਗਈ, ਉਹ ਹੈ ਇਹ ਸਾਡਾ ਫੋਨ। ਮੋਬਾਈਲ ਨੈਟਵਰਕ ਜਿਹੜਾ ਹੈ ਤੇ ਸਮਾਰਟਫੋਨ ਜਿਹੜੇ ਨੇ, ਇਹ ਸਭ ਤੋਂ ਵੱਡੇ ਇਸ ਵਿੱਚ ਕੰਟਰੀਬਿਊਟਰ ਦੱਸੇ ਗਏ ਨੇ ਕਿ ਇਹਨਾਂ ਕਰਕੇ ਜ਼ਿਆਦਾ ਜਿਹੜੀ ਗੈਂਗਵਾਰ 'ਤੇ ਠੱਲ ਪਾਉਣੀ ਹੈ ਉਹ ਮੁਸ਼ਕਿਲ ਹੋ ਰਹੀ ਹੈ। ਉਹ ਕਿਉਂ ਮੁਸ਼ਕਿਲ ਹੈ? ਵੱਖ-ਵੱਖ ਜੇਲ੍ਹਾਂ ਦੇ ਵਿੱਚ ਜੈਮਰ ਲੱਗੇ ਹੁੰਦੇ ਨੇ। ਬੜੀ ਦੇਰ ਤੋਂ ਅਸੀਂ ਸੁਣ ਰਹੇ ਕਿ ਜੇਲ੍ਹਾਂ ਵਿੱਚ ਜੈਮਰ ਲਾ ਦਿੱਤੇ ਜਾਣਗੇ ਅਤੇ ਕਿਸੇ ਦਾ ਫੋਨ ਨਹੀਂ ਚੱਲੇਗਾ। ਅਤੇ ਪਰ ਕਹਿੰਦੇ ਨੇ ਕਿ ਜਦੋਂ ਫਿਰ ਜੇਲ੍ਹਾਂ ਵਿੱਚ ਜੈਮਰ ਲੱਗ ਜਾਂਦੇ ਨੇ ਅਤੇ ਫਿਰ ਸਾਰੇ ਅਧਿਕਾਰੀਆਂ ਦੇ ਅਤੇ ਹੋਰਨਾਂ ਲੋਕਾਂ ਦੇ ਮੋਬਾਈਲ ਵੀ ਬੰਦ ਹੋ ਜਾਂਦੇ ਨੇ, ਜਿਸ ਤੋਂ ਕਿ ਸਾਰੇ ਨਾਖੁਸ਼ ਹੁੰਦੇ ਨੇ। ਇਹ ਮੋਬਾਈਲ ਇੱਕ ਅਜਿਹੀ ਸਮੱਸਿਆ ਕਿ ਸਾਡੇ ਕੋਲੋਂ 2 ਮਿੰਟ ਲਈ ਪਰੇ ਹੋ ਜਾਵੇ ਤਾਂ ਅਸੀਂ ਅਪਸੈਟ ਹੋ ਜਾਂਦੇ, ਜਿਵੇਂ ਤੁਸੀਂ ਵੀ ਹੁਣ ਮੋਬਾਈਲ ਦੇਖ ਰਹੇ ਹੋ। ਹੁਣ
ਇਸ ਦੇ ਬਾਰੇ ਮੈਂ ਇਹ ਦੱਸਣਾ ਚਾਹੁੰਦਾ ਕਿ ਮੋਬਾਈਲ ਨੈਟਵਰਕ ਨੂੰ ਤੋੜਨ ਖਾਤਰ ਪੰਜਾਬ ਸਰਕਾਰ ਨੇ ਨਵੀਂ ਰਣਨੀਤੀ ਜਿਹੜੀ ਆ ਉਹ ਘੜੀ ਆ। ਉਹ ਇਹ ਹੈ ਕਿ ਸਮੱਸਿਆ ਵਾਸਤੇ ਹਰ ਜੇਲ੍ਹ ਦੇ ਵਿੱਚ ਇੰਟੈਲੀਜੈਂਸ ਦੇ ਜਿਹੜੇ ਨੇ ਦੋ ਵੱਡੇ ਅਫਸਰ ਜਿਹੜੇ ਨੇ ਨਿਯੁਕਤ ਕੀਤੇ ਜਾਣਗੇ। ਕੁਝ ਖਾਸ ਬੰਦਿਆਂ ਦੇ ਜਿਨ੍ਹਾਂ ਨੂੰ ਗੈਂਗਸਟਰ ਕੈਟੇਗਰੀ ਦੇ ਵਿੱਚ ਰੱਖਿਆ ਗਿਆ, ਉਹਨਾਂ ਦੇ ਸੈੱਲ 2-2 3-3 ਵਾਰੀ ਦਿਹਾੜੀ 'ਚ ਚੈੱਕ ਕੀਤੇ ਜਾਣਗੇ ਤੇ ਇੰਟੈਲੀਜੈਂਸ ਅਫਸਰਾਂ ਤੇ ਇਹ ਜ਼ਿੰਮੇਵਾਰੀ ਹੋਵੇਗੀ ਕਿ ਜੇਲ੍ਹ ਦੇ ਵਿੱਚ ਲੱਗੇ ਹੋਏ ਜੈਮਰ ਜਿਹੜੇ ਨੇ ਉਹ ਪ੍ਰੋਪਰ ਕੰਮ ਕਰਨ ਜੀ ਤੇ ਪ੍ਰੋਪਰ ਕੰਮ ਕਰਦੇ ਰਹਿਣ ਤੇ ਉਸ ਵਿੱਚ ਕਦੀ ਰੁਕਾਵਟ ਨਾ ਆਵੇ। ਜੇ ਕਦੇ ਉਹ ਖਰਾਬ ਹੋਣ ਤੇ ਇਹ ਅਫਸਰ ਜ਼ਿੰਮੇਵਾਰ ਹੋਣਗੇ। ਹਰਜੋਤ ਬੈਂਸ ਉਹਨਾਂ ਦਾ ਕਹਿਣਾ ਹੈ ਕਿ ਇਹ ਸਭ ਤੋਂ ਵੱਡੀ ਸਮੱਸਿਆ ਹੈ ਕਿ ਮੋਬਾਈਲ ਨੈਟਵਰਕ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਦੂਸਰੇ ਨਾਲ ਕਨੈਕਟ ਕਰਦੇ ਨੇ ਤੇ ਈਵੈਂਟਸ ਦੇ ਵਿੱਚ ਜਿਹੜਾ ਵਾਧਾ ਹੈ ਉਸਨੂੰ ਐਸਕੇਲੇਟ ਜਿਵੇਂ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ, ਕਿ ਵਧਾਉਣਾ, ਗੱਲ ਨੂੰ ਵਧਾਉਣਾ ਚੜਾਉਣਾ, ਉਸ ਨੂੰ ਇਹ ਕੰਟਰੀਬਿਊਟ ਕਰਦੇ ਨੇ ਸੋਸ਼ਲ ਮੀਡੀਆ ਪੋਸਟ। ਜਿਵੇਂ ਕਿਸੇ ਨੇ ਕੋਈ ਇੱਕ ਸੁਣੀ ਸੁਣਾਈ ਗੱਲ ਕਿਸੇ ਦੀ ਕੀਤੀ ਕਿ ਫਲਾਣ ਤੈਨੂੰ ਧਮਕੀ ਦੇ ਰਿਹਾ ਸੀ ਬਾਈ, ਉਹ ਗੱਲ ਕਿਸੇ ਨੇ ਥੋੜਾ ਜਿਹਾ ਮਸਾਲਾ ਲਾ ਕੇ ਅੱਗੇ ਪਹੁੰਚਾ ਦਿੱਤੀ, ਫਿਰ ਉਸਨੇ ਉਸ ਤੋਂ ਬਾਅਦ ਮਸਾਲਾ ਲਾ ਕੇ ਜਿਹੜਾ ਸੀ ਉਹ ਆਪਣੇ ਵੱਲੋਂ ਪੋਸਟ ਪਾਈ, ਫਿਰ ਇੱਕ ਹੋਰ ਉੱਤੇ ਇਸ ਤਰ੍ਹਾਂ ਲੈਵਲ ਜਿਹੜੇ ਨੇ ਉਹ ਬਣਦੇ ਜਾਂਦੇ ਨੇ ਤੇ ਫਿਰ ਗੱਲ ਬਹੁਤ ਵੱਧ ਜਾਂਦੀ ਹੈ। ਨੈਟਵਰਕ ਇਸ ਤੋਂ ਵੀ ਭੈੜਾ ਹੋ ਸਕਦਾ ਜਿੰਨਾ ਕਿ ਮੈਂ ਐਕਸਪਲੇਨ ਕੀਤਾ ਹੈ, ਪਰ ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਕਿ ਮੋਬਾਈਲ ਨੈਟਵਰਕ ਜੇ ਅਸੀਂ ਤੋੜ ਦਈਏ ਤੇ ਫਿਰ ਸਾਨੂੰ ਇਹ ਗੈਂਗਸਟਰਾਂ ਨੂੰ ਕਾਬੂ ਕਰਨ ਦੇ ਵਿੱਚ ਮੁਸ਼ਕਿਲ ਨਹੀਂ ਆਵੇਗੀ। ਇੱਕ ਹੋਰ ਮੈਨੂੰ ਇਹ ਦੱਸਿਆ ਜਾਂਦਾ ਹੈ ਕਿ ਕੁਝ ਜੇਲ੍ਹਾਂ ਜਿਹੜੀਆਂ ਹਨ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਨਾਲ ਲੱਗਦੇ ਬਾਰਡਰਾਂ ਦੇ ਲਾਗੇ ਸਥਿਤ ਨੇ, ਉੱਥੇ ਕੁਝ ਗੈਂਗਸਟਰਾਂ ਨੂੰ ਤੇ ਕੁਝ ਖਤਰਨਾਕ ਵਿਅਕਤੀਆਂ ਨੂੰ ਜੋ ਅੰਦਰੋਂ ਫੋਨ ਵਗੈਰਾ ਜਿਹੜੇ ਅਜੇ ਵੀ ਚਲਾ ਰਹੇ ਨੇ ਉਹਨਾਂ ਨੂੰ ਉੱਥੇ ਸ਼ਿਫਟ ਕੀਤਾ ਜਾ ਸਕਦਾ ਹੈ, ਤਾਂ ਕਿ ਕਿਉਂਕਿ ਉੱਥੇ ਪਹਿਲੇ ਬਾਰਡਰ ਦੇ ਲਾਗੇ ਪੱਕੇ ਜੈਮਰ ਵਗੈਰਾ ਲੱਗੇ ਹੁੰਦੇ ਨੇ ਤੇ ਮੁਸ਼ਕਿਲ ਨਹੀਂ ਆਵੇਗੀ। ਹੁਣ ਕੀ ਇਹ ਤਰੀਕਾ ਹੈ ਸਹੀ ਹੈ, ਇਹ ਤੇ ਸਮਾਂ ਦੱਸੇਗਾ, ਪਰ ਪੰਜਾਬ ਸਰਕਾਰ ਇਸ ਵੇਲੇ ਪੂਰੀ ਕੋਸ਼ਿਸ਼ ਕਰ ਰਹੀ ਕਿ ਕਿਸੇ ਨਾ ਕਿਸੇ ਤਰੀਕੇ ਜੋ ਟੈਗ ਸਾਡੇ ਤੇ ਲੱਗ ਰਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ, ਜਿਹੜਾ ਉੱਠਦਾ ਹੈ ਅਮਨ ਕਾਨੂੰਨ ਦੀ ਸਥਿਤੀ ਵਿਗੜ ਗਈ ਹੈ, ਹਾਲਾਤ ਖਰਾਬ ਨੇ, ਆਊਟ ਆਫ ਕੰਟਰੋਲ ਨੇ, ਬੱਸ ਨੂੰ ਐਕਟਿਵਾ ਸਵਾਰਾਂ ਨੇ ਲੁੱਟ ਲਿਆ, ਹਾਈਜੈਕ ਕਰ ਲਿਆ, ਸਾਡੇ ਕਈ ਮੀਡੀਆ ਵਾਲੇ ਜੀ ਅਗਵਾ ਕਰ ਲਿਆ, ਲਫ਼ਜ਼ ਮੇਰੇ ਖਿਆਲ ਵਰਤਿਆ ਸੀ, ਹਾਈਜੈਕ ਕਰ ਲਈ ਬਸ ਜੀ ਔਰ ਉਹਨਾਂ ਤੇ ਫਿਰ ਸਾਡੇ ਕੈਪਟਨ ਸਾਹਿਬ ਤੇ ਬੜੇ ਆਗੂਆਂ ਨੇ ਜਿਹੜੇ ਸੀ ਉਹ ਬਿਆਨ ਦਗਣੇ ਸ਼ੁਰੂ ਕਰ ਦਿੱਤੇ, ਦੇਖੋ ਇਹ ਨਕੰਮੀ ਸਰਕਾਰ ਹੈ, ਫਲਾਨਾ ਹੈ, ਬਰਖਾਸਤ ਕਰ ਦਿਓ। ਮੇਰਾ ਖਿਆਲ ਹੈ ਕਿ ਵਿਰੋਧੀ ਧਿਰਾਂ ਜਿਹੜੀਆਂ ਨੇ ਪਿਛਲੇ ਇੰਨੇ 70-75 ਸਾਲ ਤੋਂ ਕਾਬਜ਼ ਰਹੀਆਂ। ਜੇ ਪਹਿਲਾ ਦੌਰ ਛੱਡ ਵੀ ਦਈਏ ਤੇ 92 ਤੋਂ ਲੈ ਕੇ 2022 ਤੱਕ 30 ਜਿਹੜੇ ਸਾਲ ਨੇ, 15 ਸਾਲ ਅਕਾਲੀ ਤੇ 15 ਸਾਲ ਕਾਂਗਰਸ, ਉਹ ਲੇਖਾ ਜੋਖਾ ਹੋ ਨਹੀਂ ਰਿਹਾ ਕਿ ਅਸੀਂ ਸੱਤਾ ਤੋਂ ਦੋਵੇਂ ਧਿਰਾਂ ਕਿਵੇਂ ਲਾਂਭੇ ਹੋ ਗਈਆਂ ਤੇ ਇੱਕ ਤੀਸਰੀ ਨੇ ਆ ਕੇ ਸਾਡਾ ਸਥਾਨ ਮੱਲ ਰਿਹਾ। ਇਹ ਰੌਲਾ ਖਾਮਖਾ ਪਾਇਆ ਜਾ ਰਿਹਾ। ਹਾਲਾਤ ਕੁਝ ਹਨ, ਕੁਝ ਗੱਲਾਂ ਛੋਟੀ ਮੋਟੀਆਂ ਹੋ ਰਹੀਆਂ। ਬਹੁਤ ਵੱਡੀ ਦੁਖਦਾਈ ਘਟਨਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਰੂਪ ਦੇ ਵਿੱਚ ਵਾਪਰੀ ਹੈ ਔਰ ਉਸ ਤੇ ਵੀ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰੀਆਂ ਪਾਰਟੀਆਂ ਵੱਲੋਂ ਮੈਂ ਕਹਿ ਰਿਹਾ। ਤੇ ਪਰ ਅਜੇ ਸਾਨੂੰ ਥੋੜਾ ਜਿਹਾ ਪੰਜਾਬ ਤੇ ਇਸ ਤਰ੍ਹਾਂ ਦਾ ਇਲਜ਼ਾਮ ਲਾਉਣ ਦੀ ਲੋੜ ਕਿ ਇੱਥੇ ਹਾਲਾਤ ਖਰਾਬ ਹੋ ਗਏ ਨੇ, ਆਹ ਹੋ ਰਿਹਾ, ਇਹ ਗੱਲਾਂ ਸਾਨੂੰ ਕਰਨ ਦੀ ਲੋੜ ਨਹੀਂ। ਜੇਲ੍ਹਾਂ ਦੇ ਵਿੱਚ ਸਾਨੂੰ ਸੁਧਾਰ ਕਰਨ ਦੀ ਲੋੜ ਹੈ ਤੇ ਇਹ ਜੋ ਗੈਂਗਸਟਰ ਕਲਚਰ ਪੈਦਾ ਹੋ ਗਿਆ, ਮੈਂ ਕਹਿੰਦਾ ਫਿਰ ਵੀ ਇਹ ਸਾਡੇ ਆਪਣੇ ਬੱਚੇ ਨੇ, ਕਿਸੇ ਤਰੀਕੇ ਇਹ ਮੇਨ ਧਾਰਾ ਦੇ ਵਿੱਚ ਮੁੱਖ ਧਾਰਾ 'ਚ ਮੁੜੇ ਹੋਣ ਤੇ ਇਹਨਾਂ ਦੀਆਂ ਦੁਸ਼ਮਣੀਆਂ ਖਤਮ ਹੋਣ ਤੇ ਸਾਡੇ ਅਮਨ ਅਮਾਨ ਨਾਲ ਅਸੀਂ ਸਾਰੇ ਰਹੀਏ। ਸਾਨੂੰ ਹੋਰ ਕੀ ਚਾਹੀਦਾ ਜੀ। ਕੁਲਦੀਪ ਜੀ, ਪੰਜਾਬ ਪੋਲਿਟਿਕਸ ਦੀਆਂ ਗੱਲਾਂ ਹੋਰ ਵੀ ਬੜੀਆਂ ਨੇ, ਪਰ ਜਿਹੜਾ ਸਮਾਂ ਹੈ ਉਹ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਪ੍ਰੋਗਰਾਮ ਸਾਨੂੰ ਇੱਥੇ ਸਮੇਟਣਾ ਪੈਣਾ, ਦਰਸ਼ਕਾਂ ਤੋਂ ਸਾਨੂੰ ਵਿਦਾ ਲੈਣੀ ਪੈਣੀ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਕੱਲ ਨੂੰ ਫਿਰ ਨਵੇਂ ਮੁੱਦਿਆਂ ਦੇ ਨਾਲ ਹਾਜ਼ਰੀ ਭਰਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਜੀ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।